ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਆਪਾਂ ਹਮ ਹਿੰਦੂ ਨਹੀਂ ਕਿਤਾਬ ਦੇ ਅਖੀਰਲੇ ਪਾਠ 'ਤੇ ਆ ਗਏ ਹਾਂ। ਅੱਜ ਦਾ ਜਿਹੜਾ ਪਾਠ ਆ ਉਹ ਅਖੀਰਲਾ ਪਾਠ ਹੋਊਗਾ ਅਤੇ ਭਾਈ ਕਾਹਨ ਸਿੰਘ ਨਾਭਾ ਹੋਣੀ ਇੱਥੇ ਸਾਰਾ ਕੁਛ ਕਨਕਲੂਡ ਕਰ ਦੇਣਗੇ। ਇਸ ਚੈਪਟਰ ਦਾ ਜਿਹੜਾ ਨਾਮ ਆ ਜੀ ਉਹ ਹੈਗਾ ਸੰਸਕਾਰ ਔਰ ਚਿੰਨ੍ਹ। ਇਹ ਆਪਾਂ ਪੜ੍ਹਿਆ ਸੀਗਾ ਪਿਛਲੇ ਪਾਠ ਦੇ ਵਿੱਚ ਕੁਛ ਕੁ, ਅਤੇ ਜਿਹੜਾ ਅੱਧਾ ਪਾਠ ਰਹਿੰਦਾ ਵਾ ਉਹ ਅੱਜ ਆਪਾਂ ਪੜ੍ਹਾਂਗੇ। ਜੇ ਵਿਚਾਰ ਕੇ ਦੇਖਿਆ ਜਾਵੇ ਤਾਂ ਹਿੰਦੂ ਧਰਮ ਦਾ ਕੋਈ ਨਿਯਮ ਅਜਿਹਾ ਨਹੀਂ ਜੋ ਅਤੀ ਵਿਆਪਤੀ, ਅਵਿਆਪਤੀ ਔਰ ਅਸੰਭਵ ਇਹਨਾਂ ਤਿੰਨਾਂ ਦੂਸ਼ਣਾਂ ਤੋਂ ਰਹਿਤ ਹੋਵੇ। ਜਿਸ ਤਰ੍ਹਾਂ ਹਿੰਦੂਆਂ ਦੇ ਦੇਵਤੇ ਔਰ ਧਰਮ ਪੁਸਤਕ ਅਨੰਤ ਹਨ, ਇਸੇ ਤਰ੍ਹਾਂ ਧਰਮ ਦੇ ਨਿਯਮ ਵੀ ਬੇਅੰਤ ਹਨ। ਸ਼੍ਰੀ ਰਾਮਚੰਦਰ, ਵਸ਼ਿਸ਼ਟ, ਵਿਸ਼ਵਾਮਿੱਤਰ, ਪਰਸਰਾਮ, ਕ੍ਰਿਸ਼ਨ, ਯੁਧਿਸ਼ਟਰ ਆਦਿਕ ਕੇਸ ਔਰ ਦਾੜ੍ਹੀ ਰੱਖਣ ਵਾਲੇ ਅਮੁੰਡਿਤ ਵੀ ਹਿੰਦੂ ਹਨ, ਔਰ ਬੋਧੀ ਤਥਾ ਬੋਧੀ ਰਹਿਤ ਸਾਫ ਚੱਟਮ ਵੀ ਹਿੰਦੂ ਹਨ। ਵੇਦਾਂ ਦੇ ਵਿਸ਼ਵਾਸੀ ਵੀ ਹਿੰਦੂ ਔਰ ਵੇਦਾਂ ਨੂੰ ਭੰਡ ਨਿਸ਼ਾਚਰਾਂ ਦਾ ਰਚਿਆ ਹੋਇਆ ਮੰਨਣ ਵਾਲੇ ਆਚਾਰੀਆ ਦੀ ਸੰਪਰਦਾ ਵੀ ਹਿੰਦੂ ਹੈ। ਸਭ ਜੀਵਾਂ ਤੋਂ ਸ਼੍ਰੋਮਣੀ ਜੋ ਮਨੁੱਸ਼ ਹੈ, ਉਸਨੂੰ ਵੱਢ ਕੇ ਯੱਗ ਵਿੱਚ ਹਵਨ ਕਰਨ ਵਾਲੇ ਵੀ ਹਿੰਦੂ ਹਨ, ਔਰ ਕੀੜੀ ਦੇ ਪੈਰ ਹੇਠ ਦੱਬ ਕੇ ਮਰਨ ਤੋਂ ਡਰਨ ਵਾਲੇ ਵੀ ਹਿੰਦੂ ਹਨ। ਚੂਹੇ, ਕੁੱਤੇ, ਕੰਨ ਖਜੂਰੇ ਆਦਿ ਦੀ ਪੂਜਾ ਕਰਨ ਵਾਲੇ ਵੀ ਹਿੰਦੂ ਹਨ, ਔਰ ਪਰਮੇਸ਼ਰ ਨੂੰ ਸਹੇ ਦੇ ਸਿੰਘਾਂ ਦੀ ਤਰ੍ਹਾਂ ਅਣਹੋਇਆ ਸਮਝਣ ਵਾਲੇ ਵੀ ਹਿੰਦੂ ਹਨ। ਭਾਵ ਇਹ ਹੈ ਕਿ ਹਿੰਦੂ ਧਰਮ ਦੀ ਅਗਾਧ ਕਥਾ ਹੈ, ਜਿਸ ਦੇ ਲਿਖਣ ਲਈ ਸਾਡੀ ਕਲਮ ਅਸਮਰੱਥ ਹੈ। ਔਰ ਸਭ ਤੋਂ ਵੱਧ ਕੇ ਅਨੋਖੀ ਗੱਲ ਇਹ ਹੈ ਕਿ ਹਿੰਦੂ ਮਤ ਤੋਂ ਛੁੱਟ ਆਪ ਸੰਸਾਰ ਦੇ ਕਿਸੇ ਮਤ ਵਿੱਚ ਇਹ ਨਹੀਂ ਦੇਖੋਗੇ ਕਿ ਉਸ ਦਾ ਧਾਰਮਿਕ ਨਾਮ ਉਸ ਦੇ ਧਰਮ ਪੁਸਤਕ ਵਿੱਚ ਨਾ ਹੋਵੇ, ਔਰ ਕਿਸੇ ਅਨਿਆ ਧਰਮੀ ਦਾ ਕਲਪਿਆ ਹੋਇਆ ਨਾ ਉਹ ਅੰਗੀਕਾਰ ਕਰੇ। ਤੁਸੀਂ ਇੱਕ ਗੱਲ ਇਹ ਜ਼ਰੂਰ ਦੇਖੋਗੇ ਜੀ, ਜਿਵੇਂ ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਲਿਖੀ ਆ, ਕਈ ਹਿੰਦੂ ਇਹੋ ਜਿਹੇ ਤੁਹਾਨੂੰ ਮਿਲਣਗੇ ਔਨਲਾਈਨ ਜਿਹੜੇ ਕਹਿਣਗੇ ਕਿ ਭਾਈ ਜੇ ਤੁਸੀਂ ਰੱਬ ਦੇ ਵਿੱਚ ਵਿਸ਼ਵਾਸ ਕਰਦੇ ਆ ਨਾ ਤਾਂ ਵੀ ਤੁਸੀਂ ਹਿੰਦੂ ਆ, ਜੇ ਰੱਬ 'ਚ ਵਿਸ਼ਵਾਸ ਨਹੀਂ ਕਰਦੇ ਤਾਂ ਵੀ ਹਿੰਦੂ ਆ, ਜੇ ਤੁਸੀਂ ਮੂਰਤੀਆਂ ਦੀ ਪੂਜਾ ਕਰਦੇ ਤਾਂ ਵੀ ਹਿੰਦੂ ਆ, ਜੇ ਤੁਸੀਂ ਕਹਿੰਦੇ ਆ ਕਿ ਨਹੀਂ ਪਰਮਾਤਮਾ ਦਾ ਕੋਈ ਰੰਗ ਰੂਪ ਨਹੀਂ, ਅਸੀਂ ਮੂਰਤੀਆਂ ਦੀ ਪੂਜਾ ਨਹੀਂ ਕਰਦੇ ਤਾਂ ਵੀ ਤੁਸੀਂ ਹਿੰਦੂ ਆ। ਕਹਿਣ ਦਾ ਭਾਵ ਕਿ ਜਿਹੜਾ ਹਿੰਦੂ ਰਿਲੀਜਨ ਆ ਨਾ ਉਹ ਸੈਂਟਰਲਾਈਜ਼ਡ ਰਿਲੀਜਨ ਨਹੀਂ ਹੈਗਾ, ਕਿ ਉਹਨਾਂ ਦੀ ਕੋਈ ਇੱਕ ਸੰਸਥਾ ਇਹੋ ਜਿਹੀ ਨਹੀਂ ਹੈਗੀ ਜਾਂ ਕੋਈ ਇਹੋ ਜਿਹੀ ਧਾਰਮਿਕ ਕਿਤਾਬ ਨਹੀਂ ਹੈਗੀ ਜਿਹਦੇ ਵਿੱਚ ਉਹਨਾਂ ਦੇ ਜਿਹੜੇ ਮੁੱਢਲੇ ਅਸੂਲ ਆ ਉਹ ਲਿਖੇ ਗਏ ਹੋਣ। ਕਈ ਲੋਕ ਇਹ ਕਹਿੰਦੇ ਆ ਕਿ ਦੇਖੋ ਜੀ, ਜਿਵੇਂ ਮੁਸਲਮਾਨਾਂ ਦੀ ਕੁਰਾਨ ਆ ਅਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਆ ਜਾਂ ਗੁਰਬਾਣੀ ਆ, ਉਵੇਂ ਜਿਹੜਾ ਹਿੰਦੂ ਧਰਮ ਆ ਨਾ ਸਾਡੇ ਕੋਲ ਕਹਿੰਦੇ ਉਹ ਬਹੁਤ ਸਾਰੀਆਂ ਧਾਰਮਿਕ ਕਿਤਾਬਾਂ, ਸਾਡੇ ਕੋਲ ਪੂਰੀ ਲਾਇਬ੍ਰੇਰੀ ਆ। ਸਾਡੇ ਕੋਲ ਕੋਈ ਇੱਕ ਕਿਤਾਬ ਨਹੀਂ ਗੀ ਖਾਸ, ਸਾਡੇ ਕੋਲ ਬਹੁਤ ਵੱਡੀ ਲਾਇਬ੍ਰੇਰੀ ਆ ਕਿਤਾਬਾਂ ਦੀ, ਅਤੇ ਉਹਦੇ ਵਿੱਚ ਉਹ ਵੇਦ, ਸ਼ਾਸਤਰ, ਸਿਮਰਤੀਆਂ, ਪੁਰਾਣ ਸਾਰਾ ਕੁਛ ਕਹਿ ਦਿੰਦੇ ਆ ਕਿ ਸਾਡੀਆਂ ਇਹ ਜਿਹੜਾ ਪੁਸਤਕਾਂ ਵਾ ਉਹ ਸਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਆ। ਫਿਰ ਕਈ ਗੱਲਾਂ ਸਿਮਰਤੀਆਂ ਦੇ ਵਿੱਚ ਇਹੋ ਜਿਹੀਆਂ ਆਉਂਦੀਆਂ ਜਿਵੇਂ ਮਨੂ ਸਮ੍ਰਿਤੀ ਹੋ ਗਈ, ਜਾਂ ਫਿਰ ਪੁਰਾਣਾਂ ਦੇ ਵਿੱਚ ਇਹੋ ਜਿਹੀਆਂ ਆਉਂਦੀਆਂ ਜਿਹੜੀਆਂ ਉਹ ਮੰਨਣ ਨੂੰ ਤਿਆਰ ਨਹੀਂ। ਫਿਰ ਉਹ ਕਹਿਣ ਲੱਗ ਜਾਂਦੇ ਨਹੀਂ ਨਹੀਂ ਜੀ, ਜਿਹੜਾ ਆਪਣਾ ਵੇਦ ਆ ਨਾ, ਵੇਦ ਸਾਡੇ ਲਈ ਸਭ ਤੋਂ ਉੱਤਮ ਆ। ਪਹਿਲਾਂ ਕਹਿੰਦੇ ਸੀ ਸਾਡੇ ਕੋਲ ਪੂਰੀ ਲਾਇਬ੍ਰੇਰੀ ਆ, ਇਹ ਜਿਹੜੀ ਚੀਜ਼ ਆ ਨਾ ਇਹ ਤੁਹਾਨੂੰ ਕੋਰਾ ਦੇ ਬਹੁਤ ਜ਼ਿਆਦਾ ਮਿਲੂਗੀ ਜੇ ਤੁਸੀਂ ਉੱਥੇ ਕੁਐਸਚਨ ਆਨਸਰ ਪੜ੍ਹਦੇ ਆ। ਉਹ ਕਹਿਣਗੇ ਸਾਡੇ ਕੋਲ ਜੀ ਪਹਿਲਾਂ ਪੂਰੀ ਲਾਇਬ੍ਰੇਰੀ ਆ, ਜਦੋਂ ਕਹੋਗੇ ਕਿ ਪੁਰਾਣਾਂ ਦੇ ਵਿੱਚ ਆਹ ਲਿਖਿਆ ਹੋਇਆ ਫਿਰ ਕਹਿਣਗੇ ਨਹੀਂ, ਜਿਹੜੀ ਵੇਦ ਆ ਨਾ ਚੀਜ਼, ਵੇਦ ਸਭ ਤੋਂ ਉੱਤੇ ਆ, ਜਿਹੜੀ ਚੀਜ਼ ਵੇਦਾਂ ਦੇ ਵਿਰੁੱਧ ਆ ਉਹਨੂੰ ਅਸੀਂ ਨਹੀਂ ਮੰਨਦੇ। ਫਿਰ ਉਹ ਇਹ ਕਹਿਣ ਲੱਗ ਜਾਣਗੇ। ਫਿਰ ਇੱਕ ਨਵੀਂ ਗੱਲ ਜਿਹੜੀ ਹੁਣ ਉੱਭਰ ਕੇ ਆ ਰਹੀ ਆ ਉਹ ਇਹ ਕਿ ਕਹਿੰਦੇ ਜਿਹੜਾ ਗੀਤਾ ਨਾ, ਗੀਤਾ ਵੇਦਾਂ ਦਾ ਸਾਰ ਆ। ਕਈ ਐਵੇਂ ਵੀ ਕਹਿੰਦੇ ਆ ਕਿ ਤੁਸੀਂ ਗੀਤਾ ਪੜ੍ਹ ਲਈ, ਸਮਝ ਲਓ ਕਿ ਜਿਹੜਾ ਮੇਨ ਹੈਗੀ ਆ ਚੀਜ਼ ਵੇਦਾਂ 'ਚ ਲਿਖੀ ਹੋਈ ਉਹ ਤੁਸੀਂ ਸਾਰੀ ਪੜ੍ਹ ਲਈ। ਫਿਰ ਆ ਗਈ ਨਾ ਗੱਲ ਇੱਕ ਕਿਤਾਬ 'ਤੇ ਜਾਂ ਚਾਰ ਕਿਤਾਬਾਂ 'ਤੇ ਜੇ ਤੁਸੀਂ ਵੇਦਾਂ ਦੀ ਗੱਲ ਕਰਦੇ ਆ। ਫਿਰ ਇਹ ਹੋਲ ਆਰਗੂਮੈਂਟ ਜਿਹੜਾ ਹੁੰਦਾ ਵਾ ਕਿ ਨਹੀਂ ਸਾਡੇ ਕੋਲ ਪੂਰੀ ਲਾਇਬ੍ਰੇਰੀ ਆ, ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਭਾਈ ਕਾਹਨ ਸਿੰਘ ਨਾਭਾ ਹੋਣੀ ਅੱਗੇ ਲਿਖਦੇ ਆ ਜੀ, ਇਸ ਵਿਸ਼ੇ ਉੱਤੇ ਇੱਕ ਮਜ਼ਮੂਨ 16 ਅਪ੍ਰੈਲ 1913 ਦੇ ਸਿਵਲ ਮਿਲਟਰੀ ਗਜ਼ਟ ਵਿੱਚ ਛਪਿਆ ਹੈ, ਜਿਸ ਦਾ ਖੁਲਾਸਾ ਆਪ ਨੂੰ ਸੁਣਾਉਣਾ ਯੋਗ ਹੈ। ਇਸ ਗੱਲ ਤੋਂ ਪਹਿਲਾਂ ਕਿ ਹਿੰਦੂਆਂ ਦੀ ਬਾਬਤ ਕੁਛ ਬਿਆਨ ਕੀਤਾ ਜਾਵੇ, ਯੋਗ ਪ੍ਰਤੀਤ ਹੁੰਦਾ ਹੈ ਕਿ ਵਾਹ ਲੱਗਦੇ ਹਿੰਦੂ ਦਾ ਲੱਛਣ ਕਰੀਏ ਕਿ ਹਿੰਦੂ ਕਿਸ ਨੂੰ ਆਖਦੇ ਹਨ। ਇਹੋ ਇੱਕ ਐਸਾ ਸ਼ਬਦ ਹੈ ਜਿਸ ਪਰ ਕਈ ਸੂਬਿਆਂ ਔਰ ਰਿਆਸਤਾਂ ਦੇ ਮਨੁੱਖ ਸੰਖਿਆ ਕਰਨ ਵਾਲੇ ਅਫਸਰਾਂ ਨੇ ਬੜੀ ਮਿਹਨਤ ਨਾਲ ਨਿਰਣਾ ਕੀਤਾ ਹੈ, ਪਰ ਸਭ ਦਾ ਆਪੋ ਵਿੱਚ ਹੀ ਵਿਰੋਧ ਹੈ। ਮੁਸਲਮਾਨ, ਈਸਾਈ, ਸਿੱਖ, ਪਾਰਸੀ, ਬੌਧ ਔਰ ਜੈਨੀਆਂ ਦਾ ਲੱਛਣ ਕਰਨਾ ਸੌਖੀ ਗੱਲ ਹੈ, ਪਰ ਜਦ ਹਿੰਦੂਆਂ ਦਾ ਲੱਛਣ ਕਰਨ ਲੱਗੀਏ ਤਦ ਭਾਰੀ ਔਖ ਜਾਪਦਾ ਹੈ। ਗੇਟ ਸਾਹਿਬ, ਮਿਸਟਰ ਗੇਟ, ਕਮਿਸ਼ਨਰ ਮਰਦਮਸ਼ੁਮਾਰੀ ਨੇ ਲਿਖਿਆ ਹੈ ਕਿ ਹਿੰਦੂ ਉਹ ਹਨ ਜੋ ਵੱਡੇ ਵੱਡੇ ਦੇਵਤਿਆਂ ਨੂੰ ਪੂਜਦੇ ਹਨ,
ਹਿੰਦੂ ਮੰਦਰਾਂ ਵਿੱਚ ਜਾਣ ਅਤੇ ਚੜ੍ਹਾਵਾ ਦੇਣ ਦੇ ਹੱਕਦਾਰ ਹਨ, ਪਰ ਜਿਨ੍ਹਾਂ ਦੇ ਛੋਹਣ ਨਾਲ ਦੂਜੇ ਲੋਕ ਅਪਵਿੱਤਰ ਨਹੀਂ ਹੋ ਸਕਦੇ। ਕੋਚੀਨ ਦੇ ਸੁਪਰੀਡੈਂਟ ਕਹਿੰਦੇ ਹਨ ਕਿ ਉੱਪਰ ਲਿਖੇ ਲੱਛਣ ਮਾਲਾਬਾਰ ਦੇ ਆਮ ਹਿੰਦੂਆਂ ਪਰ ਨਹੀਂ ਘਟਦੇ, ਔਰ ਆਪ ਹਿੰਦੂ ਦਾ ਇਹ ਲੱਛਣ ਕਰਦੇ ਹਨ ਕਿ ਹਿੰਦੂ ਉਹ ਹੈ ਜੋ ਜਾਤ ਪਾਤ ਨੂੰ ਮੰਨਦਾ ਹੈ। ਮੈਸੂਰ ਦੇ ਸੁਪਰੀਡੈਂਟ ਆਖਦੇ ਹਨ ਕਿ ਹਿੰਦੂ ਉਹ ਹੈ ਜੋ ਪਰਮੇਸ਼ਰ ਨੂੰ ਮੰਨਦਾ ਹੈ ਔਰ ਨਿਸ਼ਚਾ ਰੱਖਦਾ ਹੈ ਕਿ ਇਸ ਜੀਵਨ ਅਥਵਾ ਪਿਛਲੇ ਜਨਮ ਦੇ ਕੀਤੇ ਸ਼ੁਭ ਕਰਮਾਂ ਕਰਕੇ ਉਹ ਕਿਸੇ ਦਿਨ ਐਸੀ ਪਦਵੀ ਪਾਊਗਾ ਜਿਸ ਦੇ ਤੁਲ ਦੁਨੀਆ ਵਿੱਚ ਕੋਈ ਵਸਤੂ ਨਹੀਂ। ਟਰਾਵਨਕੋਰ ਦੇ ਸੁਪਰੀਡੈਂਟ ਸਾਹਿਬ ਵੀ ਹਿੰਦੂ ਉਸ ਨੂੰ ਆਖਦੇ ਹਨ ਜੋ ਕਰਮਾਂ 'ਤੇ ਭਰੋਸਾ ਰੱਖਣ ਵਾਲਾ ਹੈ। ਬਲੰਟ ਸਾਹਿਬ ਮਿਸਟਰ ਬਲੰਟ ਨੇ ਬਹੁਤ ਨਿਰਣਾ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਹਿੰਦੂ ਉਹ ਹੈ ਜੋ ਇਸ ਭਾਰਤ ਖੰਡ ਦਾ ਅਸਲ ਵਸਨੀਕ ਹੈ ਔਰ ਜਿਸ ਵਿੱਚ ਗੈਰ ਮੁਲਕ ਦੀ ਨਸਲ ਦਾ ਮੇਲ ਨਹੀਂ, ਔਰ ਜੋ ਬ੍ਰਾਹਮਣ ਨੂੰ ਗੁਰੂ ਮੰਨਦਾ ਹੈ ਔਰ ਗਾਂ ਦੀ ਇੱਜ਼ਤ ਕਰਦਾ ਹੈ, ਘੱਟ ਤੋਂ ਘੱਟ ਗਊ ਨੂੰ ਮਾਰਨਾ ਜਾਂ ਦੁੱਖ ਦੇਣਾ ਪਾਪ ਸਮਝਦਾ ਹੈ। ਅੰਤ ਵਿੱਚ ਬਲੰਟ ਸਾਹਿਬ ਇਹ ਗੱਲ ਵੀ ਆਖਦੇ ਹਨ ਕਿ ਇਹ ਲੱਛਣ ਵੀ ਹਿੰਦੂਆਂ ਦਾ ਪੂਰਾ ਨਹੀਂ ਹੈ, ਔਰ ਵਾਸਤਵ ਵਿੱਚ ਹਿੰਦੂ ਮਜ਼ਹਬ ਦੀ ਕੋਈ ਹੱਦ ਨਹੀਂ ਔਰ ਬੇਹੱਦ ਨੂੰ ਹੱਦ ਵਿੱਚ ਲਿਆ ਨਹੀਂ ਸਕਦੇ। ਬਲੰਟ ਸਾਹਿਬ ਦੇ ਇਸ ਉੱਪਰ ਲਿਖੇ ਲੱਛਣ ਨੂੰ ਹਰੇਕ ਆਦਮੀ ਮੰਨਣ ਲਈ ਤਿਆਰ ਨਹੀਂ, ਬਲਕਿ ਇਹ ਬਿਆਨ ਵੇਦ ਦੇ ਰਚਣ ਵਾਲਿਆਂ ਨੂੰ ਵੀ ਅਸਚਰਜ ਕਰ ਦੇਣ ਵਾਲਾ ਹੈ। ਇਲਾਹਾਬਾਦ ਦੇ ਸੂਬੇ ਵਿੱਚ ਕਈ ਫਿਰਕੇ ਐਸੇ ਹਨ ਜੋ ਨਾਸਤਕ ਹਨ, ਮੁਰਦੇ ਦੱਬਦੇ ਹਨ, ਬ੍ਰਾਹਮਣਾਂ ਦੀ ਇੱਜ਼ਤ ਨਹੀਂ ਕਰਦੇ, ਔਰ ਕਈ ਬ੍ਰਾਹਮਣਾਂ ਨੂੰ ਬੁਲਾਉਂਦੇ ਹਨ ਔਰ ਮੁਰਦੇ ਫੂਕਦੇ ਹਨ, ਕਈ ਦੱਬਦੇ ਹਨ, ਚਮਾਰ ਗਾਂ ਖਾਂਦੇ ਹਨ ਔਰ ਹਿੰਦੂਆਂ ਵਿੱਚ ਹੀ ਗਿਣੇ ਜਾਂਦੇ ਹਨ। ਸਿਧਾਂਤ ਇਹ ਹੈ ਕਿ ਜੇ ਕੋਈ ਹਿੰਦੂ ਸ਼ਬਦ ਦੀ ਅਸਲੀਅਤ ਸਮਝਣ ਵਾਸਤੇ ਮਰਦਮਸ਼ੁਮਾਰੀ ਦੇ ਅਫਸਰਾਂ ਦੀਆਂ ਰਿਪੋਰਟਾਂ ਅਤੇ ਨੋਟਾਂ ਨੂੰ ਪੜ੍ਹ ਕੇ ਤਸੱਲੀ ਕਰਨੀ ਚਾਹੇ ਤਦ ਕੁਝ ਨਹੀਂ ਹੋ ਸਕਦੀ। ਉਸ ਦੀ ਹਿੰਦੂਆਂ ਬਾਬਤ ਉਤਨੀ ਹੀ ਜਾਂਚ ਰਹੂ ਜਿਤਨਾ ਕਿ ਉਸ ਨੂੰ ਕਿਤਾਬਾਂ ਪੜ੍ਹਨ ਤੋਂ ਪਹਿਲਾਂ ਸੀ। ਹਿੰਦੂ ਆਪ ਧਾਰਮਿਕ ਨਿਯਮਾਂ ਔਰ ਰੀਤੀਆਂ ਕਰਕੇ ਚਾਹੇ ਸਾਥੋਂ ਵੱਖਰੇ ਹੋ, ਪਰ ਨੀਤੀ ਦੇ ਵਿਚਾਰ ਨਾਲ ਅਸੀਂ ਇੱਕ ਹਾਂ, ਕਿਉਂਕਿ ਸਿੱਖਾਂ ਦਾ ਕੋਈ ਵੱਖਰਾ ਕਾਨੂੰਨ ਨਹੀਂ, ਕਿੰਤੂ ਹਿੰਦੂ ਕਾਨੂੰਨ ਅਨੁਸਾਰ ਹੀ ਸਭ ਫੈਸਲੇ ਹੁੰਦੇ ਹਨ ਔਰ ਸਿੱਖਾਂ ਨੂੰ ਹਿੰਦੂ ਲਾ ਅਨੁਸਾਰ ਹੀ ਚੱਲਣਾ ਪੈਂਦਾ ਹੈ। ਇਸ ਵਾਸਤੇ ਹਿੰਦੂਆਂ ਤੋਂ ਅਲੱਗ ਨਹੀਂ ਹੋ ਸਕਦੇ। ਜਦੋਂ ਤੁਸੀਂ ਔਨਲਾਈਨ ਗੱਲ ਕਰਦੇ ਆ ਨਾ ਕਿਸੇ ਨਾਲ ਜੀ, ਉਹ ਇਹ ਤਾਂ ਕਹਿੰਦੇ ਆ ਕਿ ਜਿਹੜੇ ਸਿੱਖ ਆ ਉਹ ਡਿਫਰੈਂਟ ਆ ਹਿੰਦੂਆਂ ਨਾਲੋਂ, ਪਰ ਡਿਸਟਿੰਕਟ ਨਹੀਂ ਹੈਗੇ। ਕਹਿਣ ਦਾ ਭਾਵ ਕਿ ਜਿਹੜੇ ਅਸੂਲ ਆ ਸਿੱਖਾਂ ਦੇ ਉਹ ਹਿੰਦੂਆਂ ਨਾਲੋਂ ਥੋੜ੍ਹੇ ਜਿਹੇ ਵੱਖਰੇ ਹੋ ਸਕਦੇ ਆ, ਉਹਨਾਂ ਦੀ ਇੱਕ ਅਲੱਗ ਆਈਡੈਂਟੀਟੀ ਹੋ ਸਕਦੀ ਸਿੱਖਾਂ ਦੀ, ਪਰ ਉਹ ਹਿੰਦੂ ਫੋਲਡ ਦੇ ਵਿੱਚ ਹੀ ਰਹਿੰਦੇ ਆ। ਉਹਨਾਂ ਦਾ ਇਹ ਕਹਿਣ ਦਾ ਮਤਲਬ ਹੁੰਦਾ ਵਾ ਕਿ ਡਿਫਰੈਂਟ ਤਾਂ ਹੈਗੇ ਆ ਪਰ ਡਿਸਟਿੰਕਟ ਨਹੀਂ ਹੈਗੇ। ਇਹ ਜਿਹੜੀਆਂ ਪਰਿਭਾਸ਼ਾਵਾਂ ਨਾ ਇਹ ਲੋਕ ਆਵੇਂ ਹੀ ਚੱਕ ਲੈਂਦੇ ਆ। ਜੇ ਹੁਣ ਤੁਸੀਂ ਕਹਿ ਤਾ ਕਿ ਨਹੀਂ ਜੀ ਸਿੱਖ ਧਰਮ ਜਿਹੜਾ ਉਹ ਵੱਖਰਾ ਧਰਮ ਆ, ਆਪਾਂ ਕਹਿ ਦਿੰਦੇ ਹਾਂ ਕਿ ਡਿਫਰੈਂਟ ਆ ਤੁਹਾਡੇ ਧਰਮ ਨਾਲੋਂ, ਹੈ ਨਾ, ਉਹ ਐਗਰੀ ਕਰ ਜਾਣਗੇ ਇੱਥੇ ਕਿ ਜਿਹੜਾ ਸਿੱਖ ਧਰਮ ਆ ਉਹ ਹਿੰਦੂ ਧਰਮ ਨਾਲੋਂ ਡਿਫਰੈਂਟ ਆ, ਪਰ ਉਹ ਇੱਥੇ ਐਗਰੀ ਨਹੀਂ ਕਰਨਗੇ ਕਿ ਜਿਹੜਾ ਸਿੱਖ ਧਰਮ ਆ ਉਹ ਡਿਸਟਿੰਕਟ ਆ ਹਿੰਦੂਇਜ਼ਮ ਨਾਲੋਂ। ਕਹਿਣ ਦਾ ਭਾਵ ਕਿ ਸਿੱਖਾਂ ਦੀ ਆਪਣੀ ਇੱਕ ਵੱਖਰੀ ਹੋਂਦ ਆ, ਉਹ ਇਹ ਤੋਂ ਮੁਨਕਰ ਹੋ ਜਾਂਦੇ ਆ। ਅੱਗੇ ਪੜ੍ਹਦੇ ਹਾਂ ਜੀ। ਭਾਈ ਕਾਨ੍ਹ ਸਿੰਘ ਨਾਭਾ ਹੁਣੀ ਕੀ ਲਿਖਦੇ ਆ। ਸਿੱਖ ਪਿਆਰੇ ਹਿੰਦੂ ਜੀ, ਆਪ ਦਾ ਹਿੰਦੂ ਲਾ ਜੋ ਧਰਮ ਸ਼ਾਸਤਰ ਅਨੁਸਾਰ ਅਸਲ ਕਾਨੂੰਨ ਹੈ, ਅੱਜ ਕੱਲ੍ਹ ਕਿਤੇ ਵੀ ਨਹੀਂ ਵਰਤਿਆ ਜਾਂਦਾ। ਜੇ ਕਦੇ ਉਹ ਪ੍ਰਚਲਿਤ ਹੁੰਦਾ ਤਾਂ ਬਹੁਤਿਆਂ ਦੇ ਨੱਕ ਕੰਨ ਹੱਥ ਪੈਰ ਕੱਟੇ ਹੋਏ ਦਿਖਾਈ ਦਿੰਦੇ ਔਰ ਕਿਤਨਿਆਂ ਦੇ ਮੂੰਹ ਕੰਨਾਂ ਵਿੱਚ ਤੱਤਾ ਤੇਲ ਔਰ ਸਿੱਕਾ ਪੈਂਦਾ ਨਜ਼ਰ ਆਉਂਦਾ। ਕਾਨੂੰਨ ਹਮੇਸ਼ਾ ਸਮੇਂ ਦੇ ਹੇਰ ਫੇਰ ਕਰਕੇ ਰਿਵਾਜ ਔਰ ਰਸਮ ਦੇ ਅਨੁਸਾਰ ਰਾਜਾ ਦੀ ਸੰਮਤੀ ਨਾਲ ਬਦਲਦਾ ਰਹਿੰਦਾ ਹੈ, ਜਿਹਾ ਕਿ ਆਪ ਦਾ ਅੱਜ ਕੱਲ੍ਹ ਹਿੰਦੂ ਕਾਨੂੰਨ ਪ੍ਰਵਿਰਤ ਹੈ। ਪਰ ਸਿੱਖਾਂ ਦੇ ਬਹੁਤ ਫੈਸਲੇ ਰਿਵਾਜ ਅਨੁਸਾਰ ਹੀ ਹੁੰਦੇ ਹਨ, ਇਸੇ ਲਈ ਕਸਟਮਰੀ ਲਾ ਬਣਾਇਆ ਗਿਆ ਹੈ। ਔਰ ਆਪ ਨੂੰ ਇਹ ਵੀ ਮਾਲੂਮ ਹੋਣਾ ਚਾਹੀਦਾ ਹੈ ਕਿ ਹਿੰਦੂ, ਈਸਾਈ, ਮੁਸਲਮਾਨ ਆਦਿਕਾਂ ਨੇ ਆਪਣਾ ਧਰਮ ਥਾਪਦੇ ਹੀ ਵਿਵਹਾਰਿਕ ਕਾਨੂੰਨ ਨਹੀਂ ਬਣਾ ਲਏ ਸਨ, ਬਲਕਿ ਇਹਨਾਂ ਮੱਤਾਂ ਦੀਆਂ ਧਰਮ ਪੁਸਤਕਾਂ ਵੀ ਚਿਰ ਪਿੱਛੋਂ ਲਿਖੀਆਂ ਗਈਆਂ ਹਨ। ਇਹ ਤੇ ਇੱਕ ਲਿਖ ਕੇ ਥੱਲੇ ਲਿਖਦੇ ਆ ਜੀ, ਹਜ਼ਰਤ ਈਸਾ ਦੇ ਮਰਨ ਪਿੱਛੋਂ ਦੂਸਰੀ ਸਦੀ ਦੇ ਅੰਤ ਵਿੱਚ ਅੰਜੀਲ ਲਿਖੀ ਗਈ, ਬਲਕਿ ਯੂਹੰਨਾ ਦੀ ਅੰਜੀਲ ਤੀਸਰੀ ਸਦੀ ਵਿੱਚ ਤਿਆਰ ਹੋਈ ਹੈ। ਦੇਖੋ ਸੁਪਰਨੈਚੁਰਲ ਰਿਲੀਜਨ। ਔਰ ਕੁਰਾਨ ਵੀ ਮੁਹੰਮਦ ਸਾਹਿਬ ਦੇ ਪਿੱਛੋਂ ਹਾਫਿਜ਼ਾਂ ਨੂੰ ਇਕੱਠੇ ਕਰਕੇ ਖਲੀਫਾ ਉਮਰ ਨੇ ਲਿਖਵਾਇਆ ਹੈ। ਫਿਰ ਉੱਪਰ ਲਿਖਦੇ ਆ ਜੀ, ਜਿਉਂ-ਜਿਉਂ ਸਮੇਂ ਅਨੁਸਾਰ ਕਾਨੂੰਨ ਦੀ ਲੋੜ ਪਈ, ਤਿਉਂ-ਤਿਉਂ ਬੁੱਧੀਵਾਨਾਂ ਨੇ ਨੀਤੀ ਦੇ ਪ੍ਰਬੰਧ ਸਥਾਪਿਤ ਕਰ ਦਿੱਤੇ, ਜਿਸ ਦਾ ਨਾਂ ਉਸ ਮਤ ਦਾ ਕਾਨੂੰਨ ਬਣ ਗਿਆ। ਇਸੇ ਤਰ੍ਹਾਂ ਸਿੱਖ ਲਾ ਵੀ ਵਾਹਿਗੁਰੂ ਦੀ ਦਇਆ ਕਰਕੇ ਛੇਤੀ ਤਿਆਰ ਹੋ ਜਾਊਗਾ।
ਜਿਹਾ ਕਿ ਮਾਲਵਿੰਦਰ ਬਹਾਦਰ ਮਹਾਰਾਜਾ ਰਿਪੁਦਮਨ ਸਿੰਘ ਸਾਹਿਬ ਨਾਭਾਪਤੀ ਜੀ ਦੇ ਪੁਰਸ਼ਾਰਥ ਨਾਲ ਆਨੰਦ ਮੈਰਿਜ ਐਕਟ ਬਣ ਗਿਆ ਹੈ। ਗੁਰਬਾਣੀ ਅਤੇ ਰਹਿਤਨਾਮਿਆਂ ਵਿੱਚੋਂ ਸੂਤਰ ਰੂਪ ਕਰਕੇ ਸਿੱਖਾਂ ਦਾ ਕਾਨੂੰਨ ਪਹਿਲਾਂ ਲਿਖਿਆ ਗਿਆ ਹੈ, ਹੁਣ ਕੇਵਲ ਸਮੇਂ ਅਨੁਸਾਰ ਵਿਸਥਾਰ ਦੀ ਲੋੜ ਹੈ। ਇਹ ਵੀ ਗੱਲ ਜੀ ਇੱਕ ਦੇਖਣ ਵਾਲੀ ਹੈਗੀ ਆ ਕਿ ਜਿਹੜੇ ਇਹ ਮਹਾਰਾਜਾ ਸੀਗੇ ਨਾ ਰਿਪੁਦਮਨ ਸਿੰਘ, ਇਹਨਾਂ ਨੇ ਆਨੰਦ ਮੈਰਿਜ ਐਕਟ ਜਿਹੜਾ ਸੀਗਾ ਉਹ ਲੈ ਕੇ ਆਂਦਾ ਸੀਗਾ। ਇਹ 20ਵੀਂ ਸਦੀ ਦਾ ਜਿਹੜਾ ਪਹਿਲਾ ਦਹਾਕਾ ਸੀ ਉਦੋਂ ਦੀ ਗੱਲ ਆ ਸ਼ਾਇਦ, ਪਰ ਇਹ ਬਾਅਦ 'ਚੋਂ ਲਾਗੂ ਹੋਇਆ ਨਹੀਂ ਹੋਇਆ ਪਤਾ ਨਹੀਂ, ਪਰ ਕਾਂਗਰਸ ਨੇ 2012-13 ਦੇ ਕਰੀਬ ਜਿਹੜਾ ਆਨੰਦ ਮੈਰਿਜ ਐਕਟ ਸੀਗਾ ਉਹ ਲਾਗੂ ਕਰਵਾਇਆ ਸੀਗਾ। ਪਹਿਲਾਂ ਕੀ ਹੁੰਦਾ ਸੀਗਾ, ਜਿਹੜਾ ਹਿੰਦੂ ਲਾ ਸੀਗਾ ਜਾਂ ਹਿੰਦੂ ਮੈਰਿਜ ਐਕਟ ਹੋਊਗਾ, ਉਹਦੇ ਅੰਦਰ ਹੀ ਜਿਹੜੇ ਸਿੱਖ ਸੀਗੇ ਉਹ ਆਪਣਾ ਰਜਿਸਟਰ ਕਰਵਾਉਂਦੇ ਸੀ ਕਿ ਅਸੀਂ ਵਿਆਹ ਕਰਾਇਆ। ਅੱਜ ਕੱਲ੍ਹ ਕੀ ਹੋ ਰਿਹਾ ਵਾ, ਜੇ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਨਾ ਜਾਂ ਭਾਰਤ ਦੇ ਵਿੱਚ ਕਿਤੇ ਵੀ ਰਹਿੰਦੇ ਹੋਵੋ ਅਤੇ ਤੁਸੀਂ ਆਪਣੀ ਜਿਹੜੀ ਮੈਰਿਜ ਆ ਉਹ ਰਜਿਸਟਰ ਕਰਵਾਉਣੀ ਆ, ਤਾਂ ਤੁਸੀਂ ਆਨੰਦ ਕਾਰਜ ਐਕਟ ਦੇ ਅਧੀਨ ਜਿਹੜਾ ਵਾ ਉਹ ਕਰਾ ਸਕਦੇ ਹੋ। ਕਈ ਇਹ ਵੀ ਕਹਿੰਦੇ ਆ ਕਿ ਜਿਹੜਾ ਇਹ ਐਕਟ ਸੀਗਾ ਨਾ ਆਨੰਦ ਮੈਰਿਜ ਐਕਟ, ਦੇਖੋ ਜੀ ਇਹ ਅੰਗਰੇਜ਼ਾਂ ਨੇ ਲਿਆਂਦਾ ਸੀਗਾ ਤਾਂ ਕਿ ਸਿੱਖਾਂ ਨੂੰ ਹਿੰਦੂਆਂ ਤੋਂ ਵੱਖ ਕੀਤਾ ਜਾ ਸਕੇ। ਜਿਹੜੇ ਲੋਕ ਸਿੰਘ ਸਭਾ ਨੂੰ ਨਹੀਂ ਨਾ ਮੰਨਦੇ, ਜੇ ਤੁਹਾਨੂੰ ਉਹਨਾਂ ਨਾਲ ਵਿਚਾਰ ਕਰਨ ਦਾ ਮੌਕਾ ਮਿਲਿਆ ਹੋਵੇ ਜਾਂ ਉਹਨਾਂ ਦੀਆਂ ਲਿਖਤਾਂ ਪੜ੍ਹਨ ਦਾ ਮੌਕਾ ਮਿਲਿਆ ਹੋਵੇ ਤਾਂ ਤੁਹਾਨੂੰ ਪਤਾ ਚੱਲੂਗਾ। ਉਹ ਕਹਿੰਦੇ ਆ ਕਿ ਜਿਹੜਾ ਸਿੰਘ ਸਭਾ ਮੂਵਮੈਂਟ ਸੀਗੀ ਇਹ ਅੰਗਰੇਜ਼ਾਂ ਨੇ ਸ਼ੁਰੂ ਕਰਵਾਈ ਸੀਗੀ, ਅਤੇ ਜਿਹੜਾ ਇਹ ਲਾ ਵਾ ਆਨੰਦ ਮੈਰਿਜ ਐਕਟ ਦੀ ਜਿਹੜੀ ਗੱਲ ਕੀਤੀ ਆ ਭਾਈ ਕਾਨ੍ਹ ਸਿੰਘ ਨਾਭਾ ਹੋਣਾ ਨੇ, ਇਹ ਵੀ ਜਿਹੜਾ ਅੰਗਰੇਜ਼ ਆ ਨਾ ਅੰਗਰੇਜ਼ਾਂ ਨੇ ਲਿਆਂਦਾ ਸੀਗਾ। ਬਹੁਤ ਕੁਛ ਪਿਆ ਇੰਟਰਨੈਟ 'ਤੇ, ਇੰਨਾ ਝੂਠ ਪਿਆ ਨਾ ਕਿ ਉਹਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਜਿਹੜਾ ਇਹ ਪੀਰੀਅਡ ਆ ਨਾ ਸਿੰਘ ਸਭਾ ਵਾਲਾ, ਇਹ ਜ਼ਰੂਰ ਪੜ੍ਹੋ ਅਤੇ ਉਸ ਸਮੇਂ ਜਿਹੜੀਆਂ ਲਿਖਤਾਂ ਲਿਖੀਆਂ ਗਈਆਂ ਸੀਗੀਆਂ ਉਹ ਵੀ ਜ਼ਰੂਰ ਪੜ੍ਹੋ। ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ, ਚਾਹੇ ਭਾਈ ਵੀਰ ਸਿੰਘ ਜੀ ਹੋਣ, ਭਾਈ ਕਾਨ੍ਹ ਸਿੰਘ ਨਾਭਾ ਹੋਣ, ਗਿਆਨੀ ਜਿੱਤ ਸਿੰਘ ਜੀ ਹੋਣ, ਜਿੰਨੇ ਵੀ ਸਿੰਘ ਸੀਗੇ ਉਸ ਸਮੇਂ ਦੇ ਜਿਹੜੇ ਲਿਖਦੇ ਪਏ ਸੀਗੇ, ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹੋ, ਤੁਹਾਨੂੰ ਬਹੁਤ ਕੁਛ ਮਿਲੂਗਾ ਦੇਖਣ ਨੂੰ ਕਿ ਜਿਹੜੇ ਸਿੱਖ ਸੀਗੇ ਉਹ ਕਿਵੇਂ ਹੌਲੀ ਹੌਲੀ ਦੂਰ ਹੁੰਦੇ ਜਾ ਰਹੇ ਸੀਗੇ ਆਪਣੇ ਧਰਮ ਤੋਂ। ਅਤੇ ਜਿਹੜੇ ਫਿਰ ਖਾਸ ਕਰ ਜੇ ਆਪਾਂ ਗਿਆਨੀ ਜਿੱਤ ਸਿੰਘ ਜੀ ਦੀ ਗੱਲ ਕਰੀਏ ਅਤੇ ਉਹਦੇ ਵਿੱਚ ਉਹ ਫਿਰ ਦੱਸਦੇ ਆ ਕਿ ਭਾਈ ਜਿਹੜੀ ਸਿੱਖੀ ਆ ਉਹ ਇਹ ਨਹੀਂ ਹੈਗੀ, ਅਸਲ ਦੇ ਵਿੱਚ ਸਿੱਖੀ ਇਹ ਆ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਰਸਤਾ ਦਿਖਾਇਆ, ਗੁਰਬਾਣੀ ਇਹ ਕਹਿ ਰਹੀ ਆ ਅਤੇ ਤੂੰ ਉਸ ਤੋਂ ਪੁੱਠੇ ਕੰਮ ਕਰ ਰਿਹਾ। ਜਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਪੁਰਾਣੀਆਂ ਬੀਬੀਆਂ ਹੁੰਦੀਆਂ ਸੀਗੀਆਂ ਨਾ, ਉਹ ਗੁੱਗੇ ਵਗੈਰਾ ਪੂਜਦੀਆਂ ਹੁੰਦੀਆਂ ਸੀਗੀਆਂ ਜਾਂ ਹੋਰ ਕੁਛ, ਅਤੇ ਉਹਦੇ 'ਤੇ ਵੀ ਇੱਕ ਕਿਤਾਬ ਹੈਗੀ ਆ ਗਿਆਨੀ ਜਿੱਤ ਸਿੰਘ ਜੀ ਦੀ, ਜੇ ਕਿਸੇ ਨੇ ਪੜ੍ਹਨੀ ਹੋਵੇ ਤਾਂ। ਅੱਗੇ ਚੱਲਦੇ ਹਾਂ ਜੀ। ਆਪ ਦੀ ਇਸ ਸ਼ੰਕਾ ਤੋਂ ਪਹਿਲਾਂ ਸਰ ਲੈਪਰ ਗ੍ਰਿਫਨ ਇਸ਼ਾਰੇ ਨਾਲ ਸਿੱਖਲਾ ਬਣਾਉਣ ਲਈ ਪ੍ਰੇਰਦੇ ਹਨ ਔਰ ਇਹ ਵੀ ਪ੍ਰਗਟ ਕਰਦੇ ਹਨ ਕਿ ਸਿੱਖਾਂ ਵਾਸਤੇ ਹਿੰਦੂ ਲਾ ਵਰਤਣਾ ਅਯੋਗ ਹੈ। The Sikhs had abandoned the Hindu faith and with it the system of law which is the basis of that faith and which was inseparable from it. For 150 years they had been governed, as far as chiefships were concerned, by another code altogether, and it was as reasonable for them to refer to Manu and the Shastras as the source of legal authority, as it would have been for Mohammedans who had embraced Sikhism to appeal to the Shara. The Rajas of the Punjab, page 338। ਇਸ ਦਾ ਭਾਵ ਇਹ ਹੈ, ਸਿੱਖਾਂ ਨੇ ਹਿੰਦੂ ਧਰਮ ਛੱਡ ਦਿੱਤਾ ਹੈ, ਇਸ ਵਾਸਤੇ ਹਿੰਦੂਆਂ ਦਾ ਕਾਨੂੰਨ ਵੀ ਨਾਲ ਹੀ ਛੁੱਟ ਗਿਆ ਹੈ ਔਰ ਸਿੱਖਾਂ ਨੂੰ ਹਿੰਦੂ ਕਾਨੂੰਨ ਦਾ ਹਵਾਲਾ ਦੇਣਾ ਉਹੋ ਜਿਹਾ ਹੈ ਜਿਸ ਤਰ੍ਹਾਂ ਕੋਈ ਮੁਸਲਮਾਨ ਸਿੱਖ ਬਣ ਕੇ ਸ਼ਰ੍ਹਾ ਮੁਹੰਮਦੀ ਦਾ ਹਵਾਲਾ ਦੇਵੇ। ਇਹੋ ਜਿਹੀਆਂ ਜਿਹੜੀਆਂ ਲਿਖਤਾਂ ਹੁੰਦੀਆਂ ਨਾ, ਜਿਵੇਂ ਇਹਦੀ ਗ੍ਰਿਫਨ ਦੀ ਗੱਲ ਕੀਤੀ ਹੋਈ ਆ ਜਾਂ ਮਕੌਲਫ ਦੀ ਬਹੁਤ ਗੱਲ ਕਰਦੇ ਆ। ਜਿਹੜੇ ਲੋਕਾਂ ਨੇ ਮਕੌਲਫ ਦੀਆਂ ਕਿਤਾਬਾਂ ਪੜ੍ਹੀਆਂ ਨਾ, 6 ਕਿਤਾਬਾਂ ਆਉਂਦੀਆਂ, ਉਹਨਾਂ ਨੂੰ ਪਤਾ ਹੋਊਗਾ ਕਿ ਜਿਹੜੇ ਲੋਕ ਆ ਉਹਦੀਆਂ ਕਿਤਾਬਾਂ ਨੂੰ ਰੈਫਰ ਕਰਕੇ ਕਹਿੰਦੇ ਆ ਦੇਖੋ ਜੀ ਇਹ ਤਾਂ ਅੰਗਰੇਜ਼ਾਂ ਦਾ ਬੰਦਾ ਸੀਗਾ ਅਤੇ ਇਹਨੇ ਸਿੱਖਾਂ ਨੂੰ ਕਿਹਾ ਕਿ ਇਹ ਹਿੰਦੂਆਂ ਨਾਲੋਂ ਵੱਖਰੇ ਆ। ਕਿਉਂਕਿ ਜਿਹੜੀ ਉਹਦੀ ਪਹਿਲੀ ਕਿਤਾਬ ਆ ਨਾ ਮੈਕਸ ਆਥਰ ਮਕੌਲਫ ਦੀ, ਉਹ ਪਹਿਲੀ ਕਿਤਾਬ ਦੇ ਸ਼ੁਰੂਆਤੀ ਜਿਹੜੇ ਚੈਪਟਰਸ ਕਹਿ ਲਓ ਉਹਦੇ ਵਿੱਚ ਹੀ ਗੱਲ ਕਰਦਾ, ਪ੍ਰੀਫੇਸ ਕਹਿ ਸਕਦੇ ਹਾਂ ਆਪਾਂ ਨੂੰ, ਉਹਦੇ ਵਿੱਚ ਗੱਲ ਕਰਦਾ ਵਾ ਕਿ ਜਿਹੜੇ ਸਿੱਖ ਆ ਉਹ ਹਿੰਦੂਆਂ ਤੋਂ ਵੱਖਰੇ ਆ, ਇਹਨਾਂ ਦਾ ਧਰਮ ਆਪਣਾ ਵੱਖਰਾ ਵਾ ਇੱਕ। ਹੁਣ ਇਹੋ ਜਿਹੀਆਂ ਜਿਹੜੀਆਂ ਲਿਖਤਾਂ ਵਾ ਉਹਨਾਂ ਨੂੰ ਦੇਖ ਕੇ ਉਹ ਕਹਿਣ ਲੱਗ ਜਾਂਦੇ ਦੇਖੋ ਜੀ ਇਹ ਤਾਂ ਅੰਗਰੇਜ਼ਾਂ ਨੇ ਲਿਖਤਾ ਸੀਗਾ, ਕਿਉਂਕਿ ਉਹ ਖੁਦ ਅੰਗਰੇਜ਼ੀ ਸਾਮਰਾਜ ਦੇ ਸਮੇਂ 'ਤੇ ਸੀਗਾ ਨਾ ਮਕੌਲਫ, ਜਾਂ ਆਪਾਂ ਗ੍ਰਿਫਨ ਦੀ ਵੀ ਗੱਲ ਕਰੀਏ ਅਤੇ ਇਹ ਅੰਗਰੇਜ਼ਾਂ ਦੇ ਸਮੇਂ 'ਤੇ ਹੋਏ ਆ, ਅੰਗਰੇਜ਼ ਸੀਗੇ, ਇਸ ਕਰਕੇ ਇਹਨਾਂ ਨੇ ਕਿਤਾਬਾਂ ਲਿਖਤੀਆਂ, ਨਹੀਂ ਤਾਂ ਜਿਹੜਾ ਸਿੱਖ ਆ ਉਹ ਹਿੰਦੂ ਹੀ ਆ। ਉਹ ਇਹੋ ਜਿਹੀਆਂ ਗੱਲਾਂ ਕਰਦੇ ਆ, ਪਰ ਆਪਣੀਆਂ ਜਿਹੜੀਆਂ ਕਿਤਾਬਾਂ ਵਾ ਤੁਸੀਂ ਪਿੱਛੇ ਚਲੇ ਜਾਓ, ਤੁਸੀਂ ਗੁਰਬਿਲਾਸਾਂ 'ਚ ਪੜ੍ਹ ਲਓ, ਜਨਮ ਸਾਖੀਆਂ ਦੇ ਵਿੱਚ ਪੜ੍ਹ ਲਓ, ਇਹ ਤਾਂ ਅੰਗਰੇਜ਼ ਆਏ ਨਹੀਂ ਸੀਗੇ ਪੰਜਾਬ 'ਤੇ ਜਦੋਂ ਇਹ ਲਿਖੀਆਂ ਗਈਆਂ ਵਾ, ਉਹਨਾਂ ਦਾ ਰਾਜ ਆਇਆ ਨਹੀਂ ਸੀਗਾ ਪੰਜਾਬ 'ਚ ਹਜੇ। ਉਹਦੇ ਵਿੱਚ ਪੜ੍ਹ ਕੇ ਦੇਖ ਲਓ ਕਿ ਉਹ ਕੀ ਕਹਿੰਦੇ ਪਏ ਆ ਕਿ ਜਿਹੜੇ ਸਿੱਖ ਆ ਉਹ ਹਿੰਦੂ ਆ ਕਿ ਨਹੀਂ। ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਲਓ, ਗੁਰਬਾਣੀ ਪੜ੍ਹ ਲਓ ਯਾਰ, ਗੁਰਬਾਣੀ ਤੋਂ ਵੱਧ ਕੇ ਤਾਂ ਕੋਈ ਚੀਜ਼ ਨਹੀਂ ਨਾ ਹੈਗੀ ਆਪਣੇ ਕੋਲ।
ਜਦੋਂ ਗੁਰਬਾਣੀ ਕਹਿ ਰਹੀ ਹੈ ਨਾ ਹਮ ਹਿੰਦੂ ਨਾ ਮੁਸਲਮਾਨ, ਗੱਲ ਹੀ ਖਤਮ ਹੋ ਗਈ ਇੱਥੇ। ਫਿਰ ਅੰਗਰੇਜ਼ ਕੀ ਅਤੇ ਕੋਈ ਸਕਾਲਰ ਕੀ। ਅੱਗੇ ਪੜ੍ਹਦੇ ਹਾਂ ਜੀ। ਹਿੰਦੂ ਆਪ ਦੀਆਂ ਸਭ ਬਾਤਾਂ ਪਰ ਵਿਚਾਰ ਕਰਕੇ ਮੈਂ ਇਹ ਗੱਲ ਮੰਨਦਾ ਹਾਂ ਕਿ ਤੁਸੀਂ ਹਿੰਦੂ ਨਹੀਂ, ਪਰ ਲੰਮੀ ਸੋਚਣ ਤੋਂ ਸਿੱਖਾਂ ਨੂੰ ਹਿੰਦੂਆਂ ਨਾਲੋਂ ਵੱਖਰਾ ਹੋਣਾ ਲਾਭਦਾਈ ਨਹੀਂ ਦਿਸਦਾ। ਪਹਿਲਾਂ ਇਹ ਕਿ ਆਪਸ ਵਿੱਚ ਵਿਰੋਧ ਵੱਧਦਾ ਹੈ, ਦੂਜੇ ਸਿੱਖਾਂ ਦੀ ਤਾਦਾਦ ਥੋੜ੍ਹੀ ਹੈ। ਜੇ ਸਿੱਖ ਹਿੰਦੂ ਕੌਮ ਤੋਂ, ਜੋ ਇਸ ਵੇਲੇ ਬੜੀ ਸਮਰੱਥਾਵਾਨ ਹੈ, ਵੱਖ ਹੋ ਜਾਣ ਤਾਂ ਭਾਰੀ ਹਾਨੀ ਹੋ ਸਕਦੀ ਹੈ। ਬੁੱਧੀਵਾਨਾਂ ਦਾ ਕਹਿਣਾ ਹੈ ਕਿ ਜਿੱਥੋਂ ਤੋੜੀ ਹੋ ਸਕੇ ਆਪਣੀ ਸਮਰੱਥਾ ਵਧਾਉਣੀ ਚਾਹੀਏ। ਸਿੱਖ ਪਿਆਰੇ ਹਿੰਦੂ ਭਾਈ ਸਾਹਿਬ, ਇਹ ਗੱਲ ਆਪ ਡੂੰਘੀ ਵਿਚਾਰ ਨਾਲ ਨਹੀਂ ਆਖ ਰਹੇ, ਔਰ ਪੁਰਾਣੇ ਇਤਿਹਾਸਾਂ ਨੂੰ ਧਿਆਨ ਨਾਲ ਵਿਚਾਰ ਕੇ, ਔਰ ਦੂਜੀਆਂ ਕੌਮਾਂ ਜਿਸ ਤਰ੍ਹਾਂ ਅਲੱਗ ਹੋ ਕੇ ਪ੍ਰਬਲ ਹੋਈਆਂ ਹਨ, ਉਹਨਾਂ ਕਾਰਨਾਂ ਨੂੰ ਸਿੱਖ ਕੌਮ ਦੀ ਹਾਲਤ ਨਾਲ ਟਾਕਰਾ ਕਰਕੇ ਨਹੀਂ ਦੇਖਦੇ। ਮੇਰੇ ਪ੍ਰੇਮੀ ਜੀ, ਕੋਈ ਕੌਮ ਵੀ ਸੰਸਾਰ ਪਰ ਸੁਤੰਤਰ ਹੋਏ ਬਿਨਾਂ ਪੂਰੀ ਉੱਨਤੀ ਨਹੀਂ ਕਰ ਸਕੀ। ਜਦ ਤੋੜੀ ਕੋਈ ਕੌਮ ਕਿਸੇ ਕੌਮ ਦੀ ਸ਼ਾਖ ਬਣ ਕੇ ਰਹੀ ਹੈ, ਤਦ ਤੋੜੀ ਗੁਲਾਮੀ ਦਸ਼ਾ ਵਿੱਚ ਰਹੀ ਹੈ, ਔਰ ਵਾਧੇ ਦੇ ਥਾਂ ਘਾਟਾ ਹੁੰਦਾ ਰਿਹਾ ਹੈ। ਤੇ ਇੱਕ ਲਿਖ ਕੇ ਥੱਲੇ ਲਿਖਦੇ ਆ ਜੀ, ਈਸਾਈ ਜਦ ਤਾਈਂ ਯਹੂਦੀਆਂ ਤੋਂ ਅਲੱਗ ਨਹੀਂ ਹੋਏ, ਤਦ ਤੋੜੀ ਮੰਦ ਦਸ਼ਾ ਵਿੱਚ ਰਹੇ, ਬਲਕਿ ਇੱਕ ਵਾਰ ਈਸਾਈ ਮਤ ਸੰਸਾਰ ਪਰ ਨਾ ਮਾਤਰ ਰਹਿ ਗਿਆ ਸੀ। ਅੰਤ ਨੂੰ ਈਸਾਈਆਂ ਨੇ ਸੋਚ ਸਮਝ ਕੇ ਆਪਣੇ ਤਾਈਂ ਅਲੱਗ ਕੀਤਾ, ਔਰ ਇੱਥੋਂ ਤਾਈਂ ਜੁਦਾਈ ਕਰੀ ਕਿ ਖੁਦਾ ਦੇ ਹੁਕਮ ਤੋਂ ਵਿਰੁੱਧ ਸ਼ਨਿਚਰਵਾਰ ਦੇ ਥਾਂ ਐਤਵਾਰ ਨੂੰ ਪਵਿੱਤਰ ਦਿਨ ਥਾਪਿਆ। ਇਸੇ ਤਰ੍ਹਾਂ ਮੁਸਲਮਾਨ ਵੀ ਅਮਲੀ ਤੌਰ 'ਤੇ ਪੁਰਾਣੇ ਧਰਮਾਂ ਤੋਂ, ਜਿਨ੍ਹਾਂ ਵਿੱਚੋਂ ਹਜ਼ਰਤ ਮੁਹੰਮਦ ਨੇ ਉਹਨਾਂ ਨੂੰ ਸਾਜਿਆ ਸੀ, ਅਲੱਗ ਹੋਏ ਬਿਨਾਂ ਪੂਰੀ ਉੱਨਤੀ ਨਹੀਂ ਕਰ ਸਕੇ। ਫਿਰ ਅੱਗੇ ਲਿਖਦੇ ਆ ਜੀ, ਗੁਰੂ ਸਾਹਿਬ ਦਾ ਸਾਨੂੰ ਸਭ ਤੋਂ ਮੁੱਖ ਉਪਦੇਸ਼ ਏਕਤਾ ਔਰ ਪਰਸਪਰ ਪ੍ਰੇਮ ਦਾ ਹੈ, ਜਿਸ ਨੂੰ ਅਸੀਂ ਕਦੇ ਵੀ ਵਿਸਾਰ ਨਹੀਂ ਸਕਦੇ, ਔਰ ਸਭ ਕੌਮਾਂ ਨਾਲ ਪੜੋਸੀਆਂ ਜਿਹਾ ਪਿਆਰ ਕਰਦੇ ਹਾਂ, ਔਰ ਉਹਨਾਂ ਦੀ ਹਾਨੀ ਔਰ ਲਾਭ ਨੂੰ ਆਪਣੀ ਹਾਨੀ ਔਰ ਲਾਭ ਜਾਣਦੇ ਹਾਂ, ਪਰ ਧਾਰਮਿਕ ਔਰ ਸਮਾਜਿਕ ਨਿਯਮਾਂ ਅਨੁਸਾਰ ਇੱਕ ਨਹੀਂ ਹੋ ਸਕਦੇ। ਬਲਕਿ ਅਸੀਂ ਤਜਰਬੇ ਨਾਲ ਵੇਖਿਆ ਹੈ ਕਿ ਹਿੰਦੂ ਕੌਮ ਨਾਲ ਇਕਮਿਕ ਹੋਣ ਕਰਕੇ ਸਿੱਖਾਂ ਦੀ ਭਾਰੀ ਹਾਨੀ ਹੋਈ ਹੈ, ਔਰ ਨਿੱਤ ਹੋ ਰਹੀ ਹੈ। ਊੜਾ ਅਨੇਕ ਸਿੱਖ ਖਾਨਦਾਨ ਮੋਨੇ ਹੋ ਗਏ ਹਨ, ਖਾਸ ਕਰਕੇ ਜੋ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖ ਬਣੇ ਸਨ, ਉਹਨਾਂ ਵਿੱਚੋਂ ਬਹੁਤ ਹੀ ਪੁਰਾਣੇ ਭਾਈਚਾਰੇ ਵਿੱਚ ਜਾ ਮਿਲੇ। ਇਹ ਇੱਕ ਗੱਲ ਮੈਂ ਕਿਤੇ ਪੜ੍ਹੀ ਸੀ, ਮੈਨੂੰ ਯਾਦ ਨਹੀਂ ਗਾ, ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਨਾ, ਜਾਂ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ, ਜਦੋਂ ਸਿੱਖ ਵੱਡੀਆਂ ਪਦਵੀਆਂ 'ਤੇ ਸੀਗੇ, ਜਾਂ ਫਿਰ ਕਹਿ ਲਓ ਕਿ ਜਦੋਂ ਫੌਜ ਦੇ ਵਿੱਚ ਚੁਣੇ ਜਾਂਦੇ ਸੀਗੇ ਅੰਗਰੇਜ਼ਾਂ ਦੇ ਟਾਈਮ 'ਤੇ, ਕਿਉਂਕਿ ਸਿੱਖਾਂ ਨੂੰ ਪਹਿਲ ਦਿੱਤੀ ਜਾਂਦੀ ਸੀ, ਉਸ ਸਮੇਂ ਹਿੰਦੂਆਂ ਨੇ ਕੀ ਕੀਤਾ ਕਿ ਜਿਹੜਾ ਉਹਨਾਂ ਦਾ ਪਹਿਲਾ ਬੱਚਾ ਸੀਗਾ ਨਾ, ਲੜਕਾ ਕਹਿ ਲਓ, ਉਹਨੂੰ ਸਿੱਖ ਬਣਾਉਣਾ ਸ਼ੁਰੂ ਕਰਤਾ ਕਿ ਇਹਨੂੰ ਜੋਬ ਮਿਲ ਜੇ, ਸਿਰ 'ਤੇ ਜੂੜਾ ਰੱਖ ਲੈਂਦਾ, ਹੈ ਨਾ, ਅੰਮ੍ਰਿਤ ਵੀ ਛਕ ਲੈਂਦਾ ਹੋਊਗਾ, ਵੀ ਇਹਨੂੰ ਜੋਬ ਮਿਲ ਜੇ ਜਾਂ ਫਿਰ ਉੱਚੀ ਪਦਵੀ 'ਤੇ ਪਹੁੰਚ ਜਾਵੇ। ਪੈਸੇ ਕਰਕੇ ਇਹ ਸਾਰਾ ਕੁਛ ਹੁੰਦਾ ਸੀਗਾ। ਅੱਜ ਕੱਲ੍ਹ ਇੰਟਰਨੈਟ 'ਤੇ ਕੀ ਹੋ ਰਿਹਾ ਵਾ, ਲੋਕ ਕਹਿ ਰਹੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਹਿੰਦੂ ਜਿਹੜੇ ਸੀਗੇ ਆਪਣਾ ਬੱਚਾ ਜਿਹੜਾ ਸੀਗਾ ਉਹ ਸਿੱਖ ਬਣਾਉਂਦੇ ਆਏ ਆ, ਜੋ ਕਿ ਝੂਠ ਆ। ਇਹ ਸਿਰਫ ਵਿੱਤੀ ਫਾਇਦੇ ਕਰਕੇ, ਪੈਸੇ ਕਰਕੇ ਕਹਿ ਲਓ, ਉਹ ਲੋਕ ਆਪਣੇ ਬੱਚੇ ਨੂੰ ਸਿੱਖ ਬਣਾਉਂਦੇ ਸੀ। ਇਹ ਕੋਈ ਪਿਆਰ ਨਹੀਂ ਸੀਗਾ ਗੁਰੂ ਪ੍ਰਤੀ ਕਿ ਅਸੀਂ ਸਿੱਖ ਬਣਾ ਰਹੇ ਹਾਂ ਜਾਂ ਫਿਰ ਯੁੱਧ ਲੜਨ ਲਈ ਭੇਜ ਰਹੇ ਹਾਂ। ਉਹ ਆਪਣਾ ਪਹਿਲਾ ਬੱਚਾ ਜਿਹੜਾ ਸੀਗਾ ਉਹ ਸਿੱਖ ਬਣਾਉਂਦੇ ਸੀਗੇ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਆਰਮੀ ਆ ਉਹ ਜੁਆਇਨ ਕਰ ਸਕੇ। ਹੁਣ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਕਿੰਨੇ ਰਾਜਪੂਤ ਹੋਣਗੇ, ਜਾਂ ਹੋਰ ਜਿਹੜੇ ਫਿਰਕੇ ਹੈਗੇ ਆ ਹਿੰਦੂਆਂ ਦੇ ਵਿੱਚ, ਉਹਨਾਂ ਦੇ ਕੋਈ ਰਾਜੇ ਮਹਾਰਾਜੇ ਹੋਣਗੇ, ਉਹਨਾਂ ਦੀ ਆਰਮੀ ਹੋਊਗੀ। ਜੇ ਫੌਜ ਦੇ ਵਿੱਚ ਹੀ ਭਰਤੀ ਕਰਨਾ ਸੀ, ਉੱਧਰ ਕਿਉਂ ਨਾ ਗਏ, ਸਿੱਖਾਂ ਵਾਲੇ ਪਾਸੇ ਕਿਉਂ ਆਏ? ਨਾਲੇ ਧਰਮ ਵੀ ਛੱਡਿਆ, ਫਿਰ ਤੁਸੀਂ ਕਹਿੰਦੇ ਸਿਰਫ ਯੁੱਧ ਕਰਨ ਲਈ ਗਏ, ਯੁੱਧ ਕਰਨ ਤੋਂ ਬਾਅਦ ਘਰੇ ਆ ਜਾਂਦੇ ਸੀ, ਫਿਰ ਉਹ ਕਕਾਰ ਲਾ ਕੇ ਆਪਦਾ ਮੂਰਤੀਆਂ ਪੂਜਣ ਲੱਗ ਜਾਂਦੇ ਸੀ। ਇਹ ਜਿਹੜੀਆਂ ਗੱਲਾਂ ਵਾ ਇਹ ਇੰਟਰਨੈਟ 'ਤੇ ਬਹੁਤ ਪਈਆਂ ਵਾ। ਜਿਵੇਂ ਮੈਂ ਪਹਿਲਾਂ ਕਿਹਾ ਵਾ ਕਿ ਝੂਠ ਜਿਹੜਾ ਨਾ ਉਹ ਇੰਟਰਨੈਟ 'ਤੇ ਇੰਨਾ ਪਿਆ ਵਾ ਕਿ ਉਹਦਾ ਕੋਈ ਅੰਤ ਨਹੀਂ ਹੈਗਾ। ਤੁਸੀਂ ਇਹ ਸੋਚੋਗੇ ਕਿ ਯਾਰ ਇਹ ਚੀਜ਼ਾਂ ਰੀਅਲ ਹੀ ਹੋਈਆਂ ਸੀਗੀਆਂ। ਹੁਣ ਹੁੰਦਾ ਕੀ ਆ ਕਿ ਕੁਛ ਚੀਜ਼ਾਂ ਜਿਹੜੀਆਂ ਨਾ ਉਹ ਹੋਈਆਂ ਹੁੰਦੀਆਂ ਵਾ, ਪਰ ਉਹਨੂੰ ਟਵਿਸਟ ਕਰਕੇ ਪੇਸ਼ ਕੀਤਾ ਜਾਂਦਾ। ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਹੋਈਆਂ ਨਹੀਂ ਹੁੰਦੀਆਂ, ਉਹਨਾਂ ਦੀਆਂ ਕਹਾਣੀਆਂ ਬਣਾ ਦਿੱਤੀਆਂ ਜਾਂਦੀਆਂ। ਜਿਵੇਂ ਇਹ ਪਹਿਲਾ ਲੜਕਾ ਦੇਣ ਦੀ ਗੱਲ ਆ ਇੱਥੇ, ਕਿ ਪਹਿਲੇ ਲੜਕੇ ਨੂੰ ਸਿੱਖ ਬਣਾਉਣਾ, ਇਹ ਗੱਲ ਹੋਈ ਆ, ਪਰ ਇਹ ਉਦੋਂ ਹੋਈ ਆ ਜਦੋਂ ਸਿੱਖਾਂ ਦੇ ਹੱਥ ਵਿੱਚ ਰਾਜ ਆਇਆ, ਉਦੋਂ ਕਹਿ ਲਓ, ਜਾਂ ਫਿਰ ਜਦੋਂ ਅੰਗਰੇਜ਼ਾਂ ਨੇ ਸਿੱਖ ਚੁਣਨੇ ਸ਼ੁਰੂ ਕੀਤੇ ਆ ਫੌਜ ਦੇ ਲਈ, ਤਾਂ ਕਿ ਸਾਨੂੰ ਜਿਹੜਾ ਬੱਚਾ ਸਾਡਾ ਵਾ ਉਹ ਪੈਸਾ ਕਮਾ ਕੇ ਦੇ ਸਕੇ। ਦੂਜਾ ਹੁੰਦਾ ਕਿ ਕਈ ਸਟੋਰੀਜ਼ ਹੋਈਆਂ ਹੀ ਨਹੀਂ ਹੁੰਦੀਆਂ, ਉਹ ਸਟੋਰੀਜ਼ ਜਿਹੜੀਆਂ ਉਹ ਬਣਾ ਕੇ ਪੇਸ਼ ਕਰ ਦਿੰਦੇ ਆ। ਜਿਵੇਂ ਹੁਣ ਮੁਸਲਮਾਨਾਂ ਦੇ ਵਿੱਚ ਕੀ ਆ, ਕਈ ਮੁਸਲਮਾਨ ਇਹ ਕਹਿ ਦਿੰਦੇ, ਦੇਖੋ ਜੀ ਗੁਰੂ ਨਾਨਕ ਦੇਵ ਜੀ ਮੱਕੇ ਗਏ ਸੀ ਹੱਜ ਕਰਨ। ਬਈ ਗੁਰੂ ਸਾਹਿਬ ਉੱਥੇ ਬੈਠੇ ਆ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੋਊਗਾ, ਗੁਰੂ ਸਾਹਿਬ ਉੱਥੇ ਬੈਠੇ ਆ ਅਤੇ ਪੈਰ ਜਿਹੜਾ ਵਾ ਉਹ ਕਾਬੇ ਵੱਲ ਹੋ ਜਾਂਦਾ ਵਾ,
ਅਤੇ ਗੁਰੂ ਸਾਹਿਬ ਜਿਹੜਾ ਬੰਦਾ ਉਹਨਾਂ ਨੂੰ ਉਠਾਉਂਦਾ ਆ ਕੇ, ਉਹਨੂੰ ਇਹ ਨਹੀਂ ਕਹਿੰਦੇ ਕਿ ਭਾਈ ਮੇਰੇ ਤੋਂ ਗਲਤੀ ਹੋ ਗਈ। ਜੇ ਗੁਰੂ ਸਾਹਿਬ ਸੱਚੀ ਹੱਜ ਕਰਨ ਲਈ ਗਏ ਹੁੰਦੇ ਤਾਂ ਉਹ ਕਹਿ ਦਿੰਦੇ ਕਿ ਭਾਈ ਉੱਧਰ ਮੇਰਾ ਪੈਰ ਹੋ ਗਿਆ, ਜਿਹੜੀ ਤੁਹਾਡੀ ਪਵਿੱਤਰ ਜਗ੍ਹਾ ਵਾ, ਮੇਰੇ ਤੋਂ ਗਲਤੀ ਹੋ ਗਈ, ਮਾਫ਼ ਕਰ ਦਿਓ। ਪਰ ਗੁਰੂ ਸਾਹਿਬ ਨੇ ਇਹ ਤਾਂ ਕਿਹਾ ਨਹੀਂ। ਗੁਰੂ ਸਾਹਿਬ ਕਹਿੰਦੇ ਜਿੱਥੇ ਹੈ ਨਹੀਂ ਗਾ ਪਰਮਾਤਮਾ, ਮੇਰਾ ਪੈਰ ਉੱਧਰ ਕਰ ਦੇ। ਅਤੇ ਉਹ ਫਿਰ ਨਾਲ ਦੀ ਨਾਲ ਜਿਹੜਾ ਵਾ ਉਹ ਕਾਬਾ ਕਹਿੰਦੇ ਸ਼ਾਇਦ ਉਹਨੂੰ, ਉਹ ਨਾਲ ਦੀ ਨਾਲ ਗੁਰੂ ਸਾਹਿਬ ਦੇ ਪੈਰਾਂ ਨਾਲ ਘੁੰਮਦਾ ਗਿਆ। ਉਵੇਂ ਹੀ ਜਿਹੜੇ ਹਿੰਦੂਆਂ ਦੇ ਧਾਰਮਿਕ ਸਥਾਨ ਆ, ਜਦੋਂ ਗੁਰੂ ਸਾਹਿਬ ਉੱਥੇ ਗਏ, ਉਹਨਾਂ ਨੂੰ ਉਪਦੇਸ਼ ਕਰਨ ਲਈ ਗਏ ਸੀ, ਨਾ ਕਿ ਉਹਨਾਂ ਦੀ ਜਿਹੜੀ ਰਹਿਣੀ ਬਹਿਣੀ ਆ ਜਾਂ ਮਰਿਆਦਾ ਉਹ ਸਿੱਖਣ ਗਏ ਸੀਗੇ। ਜਿਹੜੀਆਂ ਇਹ ਚੀਜ਼ਾਂ ਨਾ ਆਪਾਂ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਲੋਕ ਜਿਹੜੇ ਆ ਉਹ ਕੁਛ ਵੀ ਲਿਖ ਦਿੰਦੇ ਆ ਅਤੇ ਬਾਅਦ 'ਚੋਂ ਉਹ ਨਫ਼ਰਤ ਜਿਹੀ ਫੈਲ ਜਾਂਦੀ ਆ। ਮਤਲਬ ਕਿ ਜਿਹੜੀ ਚੀਜ਼ ਹੋਈ ਨਹੀਂ ਗੀ, ਤੁਸੀਂ ਉਹਨੂੰ ਪ੍ਰਮੋਟ ਕਰ ਰਹੇ ਆ। ਇੱਧਰੋਂ ਫਿਰ ਸਿੱਖ ਜਿਹੜੇ ਆ ਉਹ ਹਿੰਦੂ ਦੇਵੀ ਦੇਵਤਿਆਂ ਬਾਰੇ ਕੁਛ ਨਾ ਕੁਛ ਕਹਿਣ ਲੱਗ ਜਾਂਦੇ ਆ। ਇਹਦੇ ਨਾਲ ਸਿਰਫ ਨਫ਼ਰਤ ਵੱਧਦੀ ਆ, ਪਿਆਰ ਨਹੀਂ ਵੱਧਦਾ। ਸੋ ਇਹਦਾ ਧਿਆਨ ਰੱਖੋ। ਅੱਗੇ ਵਧਦੇ ਹਾਂ ਜੀ। ਐੜਾ, ਅਨੇਕਾਂ ਨੇ ਮੋਨਿਆਂ ਨਾਲ ਸਾਕ ਸੰਬੰਧ ਕਰਕੇ ਆਪਣੇ ਪਵਿੱਤਰ ਧਰਮ ਨੂੰ ਤਿਆਗ ਦਿੱਤਾ ਹੈ ਔਰ ਸਿੱਖਾਂ ਨੂੰ ਪਰਚਾਉਣ ਲਈ ਆਖਦੇ ਹਨ ਕਿ ਸਿੱਖੀ ਮਨ ਤੋਂ ਧਾਰਨ ਕਰਨੀ ਚਾਹੀਏ। ਕੇਸ, ਕੱਛ ਆਦਿਕ ਚਿੰਨ੍ਹਾਂ ਔਰ ਅੰਮ੍ਰਿਤ ਵਿੱਚ ਸਿੱਖੀ ਥੋੜ੍ਹਾ ਵੱਜੀ ਹੈ। ਆਹ ਦੇਖੋ ਖਾਲਸਾ ਜੀ, ਕਰਦੇ ਆ ਨਾ ਕਾਮਰੇਡੀ ਪ੍ਰਚਾਰ, ਕਹਿੰਦੇ ਆ ਨਾ ਕਿ ਜੀ ਅੰਦਰ ਹੁੰਦੀ ਆ ਸਿੱਖੀ, ਕੇਸ ਦਾੜੀ ਦੀ ਕੀ ਲੋੜ ਆ। ਇਹ 100 ਸਾਲ ਪਹਿਲਾਂ ਦੀ ਗੱਲ ਆ, ਉਹੀ ਚੱਕੀ ਫਿਰਦੇ ਆ। ਆਪਾਂ ਇਹ ਗੱਲਾਂ ਬਹੁਤ ਵਾਰੀ ਕਰ ਲਈਆਂ ਕਿ ਜਿਹੜੀਆਂ ਚੀਜ਼ਾਂ 100 ਸਾਲ ਪਹਿਲਾਂ ਹੁੰਦੀਆਂ ਸੀਗੀਆਂ ਨਾ, 100 ਸਾਲ ਪਹਿਲੇ ਆਰਗੂਮੈਂਟਸ ਹੁੰਦੇ ਸੀਗੇ, ਉਹ ਚੀਜ਼ਾਂ ਜਿਹੜੀਆਂ ਉਹ ਹੁਣ ਲਿਆਂਦੀਆਂ ਜਾ ਰਹੀਆਂ ਵਾ ਫੇਰ ਤੋਂ। ਇਹਨਾਂ ਦੇ ਉੱਤਰ ਜਿਹੜੇ ਆ ਉਹ ਲਿਖੇ ਜਾ ਚੁੱਕੇ ਆ, ਫਿਰ ਉਹੀ ਚੀਜ਼ਾਂ ਲਿਆਈ ਜਾਂਦੇ ਆ ਪਾਗਲਾਂ ਨੂੰ। ਕੁਛ ਨਵਾਂ ਲੈ ਕੇ ਆਓ। ਅਸੀਂ ਐਂ ਨਹੀਂ ਕਹਿੰਦੇ ਕਿ ਭਾਈ ਤੁਸੀਂ ਕੋਸ਼ਿਸ਼ ਨਾ ਕਰੋ, ਤੁਸੀਂ ਕੋਸ਼ਿਸ਼ ਕਰਦੇ ਰਹੋ ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਨ ਲਈ, ਪਰ ਘੱਟੋ ਘੱਟ ਆਰਗੂਮੈਂਟ ਤਾਂ ਨਵੇਂ ਲੈ ਕੇ ਆਓ, ਸਾਨੂੰ ਵੀ ਕੁਛ ਸਿੱਖਣ ਨੂੰ ਮਿਲੂਗਾ। ਉਹੀ ਸੇਮ ਆਰਗੂਮੈਂਟ ਜੇ ਤੁਸੀਂ ਲੈ ਕੇ ਆਈ ਜਾਓਗੇ ਤਾਂ ਫਿਰ ਸਾਨੂੰ ਤਾਂ ਸਿੱਖਣ ਨੂੰ ਕੁਛ ਮਿਲਣਾ ਹੀ ਨਹੀਂ ਗਾ। ਪੁਰਾਣੇ ਆਰਗੂਮੈਂਟਸ ਦੇ ਜਿਹੜੇ ਆਂਸਰ ਉਹ ਹੈਗੇ ਆ, ਨਵੇਂ ਤੁਸੀਂ ਪੁੱਛਦੇ ਨਹੀਂ ਪਏ। ਸਾਡੀ ਤਾਂ ਫਿਰ ਖੋਜ ਉੱਥੇ ਹੀ ਖੜ੍ਹ ਗਈ ਨਾ। ਜੇ ਕੁਛ ਨਵਾਂ ਲੈ ਕੇ ਆਓਗੇ, ਅਸੀਂ ਵੀ ਭਾਈ ਥੋੜ੍ਹੀ ਜਿਹੀ ਖੋਜ ਕਰਾਂਗੇ ਤੁਹਾਨੂੰ ਉੱਤਰ ਦੇਣ ਲਈ। ਤੁਸੀਂ ਗੱਲਾਂ ਹੀ ਉਹੀ ਚੱਕਦੇ ਆ ਯਾਰ, ਜਿਨ੍ਹਾਂ ਦੇ ਉੱਤਰ ਪਹਿਲਾਂ ਹੀ ਪਏ ਆ। ਇਹ ਇਕੱਲੇ ਉਹਨਾਂ ਲੋਕਾਂ ਲਈ ਨਹੀਂ ਆ ਜਿਹੜੇ ਇਹ ਪ੍ਰਚਾਰ ਕਰਦੇ ਆ, ਹੋਰ ਕੋਈ ਵੀ ਗੱਲ ਹੋਵੇ, ਗੁਰਬਾਣੀ ਦੀ ਗੱਲ ਹੋਵੇ, ਗੁਰੂ ਇਤਿਹਾਸ ਦੀ ਗੱਲ ਹੋਵੇ, ਸਾਰਿਆਂ ਦੇ ਉੱਤਰ ਪਏ ਆ, ਪਰ ਆਪਾਂ ਕਿਤਾਬਾਂ ਨਹੀਂ ਪੜ੍ਹਦੇ। ਆਪਣੇ 'ਚ ਘਾਟ ਇਹ ਆ। ਜਦੋਂ ਆਪਾਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਲਈਆਂ ਨਾ, ਉਦੋਂ ਆਪਾਂ ਨੂੰ ਪਤਾ ਚੱਲੂਗਾ ਕਿ ਹਾਂ ਭਾਈ ਆਪਣੇ ਕੋਲ ਹੈ ਕੀ ਅਸਲ ਦੇ ਵਿੱਚ, ਅਤੇ ਲੋਕ ਕਿਵੇਂ ਉਹਨੂੰ ਗਲਤ ਬਣਾ ਕੇ ਪੇਸ਼ ਕਰਦੇ ਆ। ਅੱਗੇ ਪੜ੍ਹਦੇ ਹਾਂ ਜੀ। ਹੈ ਤੇ ਇੱਕ ਲਿਖ ਕੇ ਥੱਲੇ ਲਿਖਿਆ, ਆਪ ਉਹਨਾਂ ਦੇ ਮੂੰਹ ਤੋਂ ਕਦੇ ਇਹ ਨਹੀਂ ਸੁਣੋਗੇ ਕਿ ਜਨੇਊ ਬੋਦੀ ਵਿੱਚ ਹਿੰਦੂਪਣਾ ਥੋੜ੍ਹੀ ਰੱਖਿਆ ਹੋਇਆ ਹੈ। ਫਿਰ ਉੱਪਰ ਲਿਖਦੇ ਆ, ਆਪ ਨੂੰ ਮਾਲੂਮ ਰਹੇ ਕਿ ਐਸਾ ਕਹਿਣ ਵਾਲੇ ਮਨ ਤੋਂ ਵੀ ਸਿੱਖ ਨਹੀਂ ਹਨ, ਕੇਵਲ ਦੂਸਰਿਆਂ ਪਰ ਸਿੱਖੀ ਦੇ ਖਿਆਲ ਪ੍ਰਗਟ ਕਰਕੇ ਹੋਰਨਾਂ ਨੂੰ ਫਸਾਉਣ ਦੇ ਯਤਨ ਵਿੱਚ ਹਨ। ਈੜੀ, ਸਿੱਖਾਂ ਦਾ ਬਹੁਤ ਧਨ ਹਰ ਸਾਲ ਬ੍ਰਾਹਮਣਾਂ ਦੇ ਘਰ ਵਿੱਚ ਵਿਅਰਥ ਜਾ ਰਿਹਾ ਹੈ, ਜਿਸ ਤੋਂ ਸਿੱਖ ਕੌਮ ਨੂੰ ਕੁਛ ਵੀ ਲਾਭ ਨਹੀਂ। ਦੇਖੋ, ਪਿਛਲੇ ਗੰਗਾ ਦੇ ਕੁੰਭ ਪਰ 1 ਲੱਖ ਸਿੱਖ ਤੀਰਥ ਯਾਤਰਾ ਪਰ ਗਿਆ। ਜੇ ਇੱਕ ਆਦਮੀ ਪਿੱਛੇ ਘੱਟ ਤੋਂ ਘੱਟ 10 ਰੁਪਏ ਖਰਚਦੇ ਲਾਈਏ ਤਾਂ 10 ਲੱਖ ਰੁਪਇਆ ਕੇਵਲ ਇੱਕ ਮੇਲੇ ਦਾ ਜੁੜਦਾ ਹੈ, ਜੋ ਸਾਡੀ ਭੋਲੀ ਕੌਮ ਨੇ ਵਿਅਰਥ ਗਵਾ ਦਿੱਤਾ। ਇਹੋ ਜਿਹੀ ਸੇਮ ਗੱਲ ਨਾ ਖਾਲਸਾ ਜੀ, ਆਪਾਂ ਗੱਲ ਕੀਤੀ ਹੈ ਨਾ ਮੈਕਸ ਆਥਰ ਮਕਾਲਿਫ ਦੀ। ਮਕਾਲਿਫ ਨੇ ਆਪਣੀ ਪਹਿਲੀ ਕਿਤਾਬ ਵਿੱਚ ਇਹੋ ਜਿਹੀ ਸਿਮਿਲਰ ਗੱਲ ਲਿਖੀ ਆ, ਕਿਉਂਕਿ ਭਾਈ ਕਾਨ੍ਹ ਸਿੰਘ ਨਾਭਾ ਅਤੇ ਮਕਾਲਿਫ ਸੇਮ ਪੀਰੀਅਡ ਦੇ ਵਿੱਚ ਹੀ ਹੋਏ ਆ ਨਾ। ਜੇ ਤੁਸੀਂ ਮਹਾਨ ਕੋਸ਼ ਖੋਲੋਗੇ ਨਾ, ਮਹਾਨ ਕੋਸ਼ ਦੇ ਵਿੱਚ ਮੈਕਸ ਆਥਰ ਮਕਾਲਿਫ ਦੇਖੋਗੇ ਤਾਂ ਉੱਥੇ ਭਾਈ ਕਾਨ੍ਹ ਸਿੰਘ ਨਾਭਾ ਹੋਣਾ ਨੇ ਲਿਖਿਆ ਕਿ ਇਹ ਜਿਹੜਾ ਬੰਦਾ ਸੀ ਨਾ ਮਕਾਲਿਫ, ਇਹ ਭਾਈ ਕਾਨ੍ਹ ਸਿੰਘ ਨਾਭੇ ਕੋਲ ਆਇਆ ਸੀਗਾ ਅਤੇ ਭਾਈ ਕਾਨ੍ਹ ਸਿੰਘ ਨਾਭਾ ਇਹਨੂੰ ਪੜ੍ਹਾਉਂਦੇ ਹੁੰਦੇ ਸੀਗੇ, ਸਿੱਖੀ ਬਾਰੇ ਦੱਸਦੇ ਹੁੰਦੇ ਸੀ। ਹੁਣ ਫਿਰ ਦੇਖੋ, ਆਪਾਂ ਪਹਿਲਾਂ ਗੱਲ ਕਰਕੇ ਹੱਤੇ ਹਾਂ ਕਿ ਟਵਿਸਟ ਕਿਵੇਂ ਹੁੰਦੀ ਹੈ ਗੱਲ। ਭਾਈ ਕਾਨ੍ਹ ਸਿੰਘ ਨਾਭੇ ਨੇ ਮਕਾਲਿਫ ਨੂੰ ਪੜ੍ਹਾਇਆ ਅਤੇ ਲੋਕ ਕਹਿੰਦੇ ਆ ਮਕਾਲਿਫ ਨੇ ਅੰਗਰੇਜ਼ਾਂ ਕਰਕੇ ਸਿੱਖਾਂ ਨੂੰ ਪੜ੍ਹਾਇਆ ਕਿ ਵੀ ਤੁਸੀਂ ਜਿਹੜੇ ਹਿੰਦੂਆਂ ਤੋਂ ਵੱਖਰੇ ਆ। ਇਹ ਤੁਹਾਨੂੰ ਬਾਰ-ਬਾਰ ਇਤਿਹਾਸ ਦੇ ਵਿੱਚ ਦੇਖਣ ਨੂੰ ਮਿਲਣੀਆਂ ਚੀਜ਼ਾਂ ਕਿ ਹੁੰਦਾ ਕੁਛ ਹੋਰ ਆ ਅਤੇ ਲੋਕ ਬਣਾ ਕੁਛ ਹੋਰ ਦਿੰਦੇ ਆ, ਅਤੇ ਸੇਮ ਚੀਜ਼ ਫਿਊਚਰ ਦੇ ਵਿੱਚ ਹੋਣੀ ਆ। ਹੋਊਗਾ ਕੁਛ ਹੋਰ ਅਤੇ ਤੁਹਾਨੂੰ ਪਰੋਸ ਕੁਛ ਹੋਰ ਦਿੱਤਾ ਜਾਊਗਾ। ਅੱਗੇ ਚੱਲਦੇ ਹਾਂ ਜੀ। ਜੇ ਇਸ ਰੁਪਏ ਨਾਲ ਸਿੱਖ ਲੜਕੀਆਂ ਵਾਸਤੇ ਕਾਲਜ ਬਣ ਜਾਂਦਾ ਤਾਂ ਕੌਮ ਨੂੰ ਕਿਤਨਾ ਲਾਭ ਪਹੁੰਚਦਾ, ਔਰ ਜੇ ਯਤੀਮਖਾਨੇ ਖੋਲ੍ਹੇ ਜਾਂਦੇ ਤਾਂ ਕਿਹਾ ਚੰਗਾ ਹੁੰਦਾ। ਇਸੀ ਤਰ੍ਹਾਂ ਜੰਮਣੇ ਔਰ ਮਰਨੇ ਪਰ ਨਿੱਤ ਲੱਖਾਂ ਰੁਪਇਆ ਸਿੱਖ ਕੌਮ ਦਾ ਬਰਬਾਦ ਹੋ ਰਿਹਾ ਹੈ। ਜੇ ਇਹ ਕੌਮ ਦੀ ਰਕਮ ਕੌਮ ਵਿੱਚ ਹੀ ਸ਼ੁਭ ਕਾਰਜਾਂ ਪਰ ਖਰਚ ਕੀਤੀ ਜਾਵੇ ਤਾਂ ਕਿਤਨੀ ਤਰੱਕੀ ਹੋ ਸਕਦੀ ਹੈ। ਸੱਸਾ, ਹਿੰਦੂਆਂ ਦੀ ਤਰਫੋਂ ਨਿੱਤ ਇਹ ਯਤਨ ਹੁੰਦਾ ਹੈ ਕਿ ਸਿੱਖੀ ਦੇ ਨਿਸ਼ਾਨ ਮਿਟਾਏ ਜਾਣ ਔਰ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਹੀ ਲੀਨ ਕੀਤਾ ਜਾਵੇ। ਦ੍ਰਿਸ਼ਟਾਂਤ ਲਈ ਦੇਖੋ, ਜਦ ਕੋਈ ਅਗਿਆਨੀ ਸਿੱਖ ਸ਼ਰਾਧ ਕਰਾਉਂਦਾ ਜਾਂ ਗਿਆ ਆਦਿਕ ਤੀਰਥਾਂ ਪਰ ਬ੍ਰਾਹਮਣਾਂ ਦੇ ਧੱਕੇ ਚੜ੍ਹਦਾ ਹੈ ਤਾਂ ਪਹਿਲਾਂ ਕੱਛ ਔਰ ਕੜੇ ਨੂੰ ਵਿਦਾਇਗੀ ਦਿੱਤੀ ਜਾਂਦੀ ਹੈ,
ਜਿਸ ਦਾ ਭਾਵ ਇਹ ਹੈ ਕਿ ਸਿੱਖੀ ਦੇ ਚਿੰਨ੍ਹ ਧਾਰ ਕੇ ਉਹ ਹਿੰਦੂ ਰੀਤੀ ਨਹੀਂ ਕਰਾ ਸਕਦਾ। ਪਰ ਜੇ ਸਿੱਖ ਹਿੰਦੂ ਧਰਮ ਪਰ ਭਰੋਸਾ ਹੀ ਨਾ ਰੱਖਣ ਤਾਂ ਹਿੰਦੂਆਂ ਦੀ ਇਹ ਸਮਰੱਥਾ ਨਹੀਂ ਕਿ ਸਿੱਖਾਂ ਦੇ ਘਰ ਜਾ ਕੇ ਉਹਨਾਂ ਦੇ ਧਾਰਮਿਕ ਚਿੰਨ੍ਹ ਦੂਰ ਕਰ ਦੇਣ। ਦੇਣ ਅਤੇ ਦੋ ਲਿਖੇ ਥੱਲੇ ਲਿਖਿਆ ਜੀ, ਉੱਪਰ ਲਿਖਿਆ ਅਯੋਗ ਵਰਤਾਓ ਕਰਨ ਵਾਲੇ ਹਿੰਦੂ ਹੀ ਹਮ ਹਿੰਦੂ ਨਹੀਂ ਪੁਸਤਕ ਦੇ ਲਿਖਾਉਣ ਦਾ ਕਾਰਨ ਬਣੇ ਹਨ। ਕਹਿਣ ਦਾ ਭਾਵ ਕਿ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਸਿੱਖ ਵਿਰੋਧੀ, ਇਹਨਾਂ ਕਾਰਨਾਂ ਕਰਕੇ ਹੀ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖੀ ਹੈ ਇਹ ਕਿਤਾਬ, ਕਿ ਤੁਸੀਂ ਇਹਨਾਂ ਕਾਰਨਾਂ ਕਰਕੇ ਸਿੱਖਾਂ ਨੂੰ ਹਿੰਦੂ ਕਹਿੰਦੇ ਆ ਜਾਂ ਉਹਨਾਂ ਦੀ ਜਿਹੜੀ ਸਿੱਖੀ ਆ ਉਹਨਾਂ 'ਚੋਂ ਦੂਰ ਕਰ ਰਹੇ ਆ। ਅਤੇ ਜਿਹੜੀ ਇਹ ਕਿਤਾਬ ਆ ਤੁਹਾਨੂੰ ਇਹ ਉੱਤਰ ਦਿੰਦੀ ਰਹੂਗੀ। ਹੁਣ ਤੱਕ ਉੱਤਰ ਦਿੰਦੀ ਆ ਰਹੀ। ਦੇਖੋ ਇਹ ਕਿਤਾਬ 100 ਸਾਲ ਤੋਂ ਉੱਤੇ ਹੋ ਗਿਆ। ਅੱਗੇ ਚੱਲਦੇ ਹਾਂ ਜੀ। ਔਰ ਆਪ ਨੇ ਜੋ ਆਖਿਆ ਹੈ ਕਿ ਸਿੱਖ ਕੌਮ ਦਾ ਹਿੰਦੂਆਂ ਤੋਂ ਜੁਦਾ ਹੋਣਾ ਵਿਰੋਧ ਦਾ ਕਾਰਨ ਹੈ, ਸੋ ਵੀ ਸਹੀ ਨਹੀਂ, ਕਿਉਂਕਿ ਸਿੱਖ ਕਿਸੇ ਨਾਲ ਵਿਰੋਧ ਨਹੀਂ ਕਰਦੇ। ਉਹ ਸਤਿਗੁਰਾਂ ਦੇ ਇਹਨਾਂ ਬਚਨਾਂ ਪਰ ਨਿਸ਼ਚਾ ਕਰਕੇ ਸਭ ਸੰਸਾਰ ਦੇ ਜੀਵਾਂ ਨੂੰ ਆਪਣਾ ਪਿਆਰਾ ਸਮਝਦੇ ਹਨ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਧਨਾਸਰੀ ਮਹੱਲਾ ਪਹਿਲਾ, ਅੰਗ 671। ਤੁਮਰੀ ਕਿਰਪਾ ਤੇ ਸਭ ਕੋ ਆਪਣਾ, ਮਨ ਮਹਿ ਇਹ ਵਿਚਾਰਿਓ। ਦੇਵ ਗੰਧਾਰੀ ਮਹੱਲਾ ਪੰਜਵਾਂ, ਅੰਗ 529। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਕਾਨੜਾ ਮਹੱਲਾ ਪੰਜਵਾਂ, ਅੰਗ 1299। ਰੋਸ ਨਾ ਕਾਹੂ ਸੰਗ ਕਰਹੁ, ਆਪਨ ਆਪ ਵਿਚਾਰ। ਗੌੜੀ 52 ਅੱਖਰੀ ਮਹੱਲਾ ਪੰਜਵਾਂ, ਅੰਗ 259। ਮੰਦਾ ਕਿਸੈ ਨਾ ਆਖ, ਝਗੜਾ ਪਾਵਣਾ। ਵਡਹੰਸ ਮਹੱਲਾ ਪਹਿਲਾ, ਅੰਗ 566। ਗੁਰਮੁਖ ਵੈਰ ਵਿਰੋਧ ਗਵਾਵੈ। ਰਾਮਕਲੀ ਸਿੱਧ ਗੋਸ਼ਟ ਮਹੱਲਾ ਪਹਿਲਾ, ਅੰਗ 942। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਗੌੜੀ ਮਹੱਲਾ ਪੰਜਵਾਂ, ਅੰਗ 266। ਪਿਆਰੇ ਭਾਈ, ਇਹ ਕਹਾਵਤ ਪ੍ਰਸਿੱਧ ਹੈ ਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਸੋ ਜੇ ਕੋਈ ਅਕਾਰਨ ਸਿੱਖਾਂ ਨਾਲ ਵਿਰੋਧ ਕਰੇ ਤਾਂ ਇਸ ਪਾਸਿਓਂ ਸ਼ਾਂਤੀ ਹੋਣ ਕਰਕੇ ਆਪੇ ਹੀ ਵਿਰੋਧ ਸ਼ਾਂਤ ਹੈ। ਦ੍ਰਿਸ਼ਟਾਂਤ ਲਈ ਦੇਖੋ, ਜਦ ਸਿੱਖਾਂ ਨੂੰ ਹਿੰਦੂਆਂ ਨੇ ਮੁਸਲਮਾਨ ਹਾਕਮਾਂ ਪਾਸ ਫੜ ਕੇ ਪੇਸ਼ ਕੀਤਾ ਔਰ ਕਤਲ ਕਰਵਾਇਆ ਔਰ ਕੇਸਾਂ ਵਾਲੇ ਸਿਰ ਵੱਢ ਕੇ ਹਾਕਮਾਂ ਪਾਸ ਭੇਜ ਕੇ ਇਨਾਮ ਹਾਸਲ ਕੀਤੇ, ਉਸ ਵੇਲੇ ਵੀ ਸਿੱਖਾਂ ਨੇ ਹਿੰਦੂਆਂ ਨਾਲ ਵੈਰ ਕਰਨ ਦੀ ਥਾਂ ਉਹਨਾਂ ਦੀਆਂ ਬਹੂ ਬੇਟੀਆਂ ਦੇ ਛਡਾਉਣ ਵਾਸਤੇ ਔਰ ਇਸ ਦੇਸ਼ ਤੋਂ ਅਧਰਮ ਔਰ ਜ਼ੁਲਮ ਹਟਾਉਣ ਲਈ ਆਪਣਾ ਲਹੂ ਵਹਾਇਆ ਔਰ ਗੁਰੂ ਗ੍ਰੰਥ ਸਾਹਿਬ ਦੇ ਇਸ ਬਚਨ ਪਰ ਅਮਲ ਕੀਤਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਸ਼ਲੋਕ ਫਰੀਦ, ਅੰਗ 1381। ਔਰ ਅਸੀਂ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਿੰਦੂਆਂ ਦਾ ਸਾਡੇ ਨਾਲ ਕੋਈ ਵੈਰ ਨਹੀਂ, ਸਗੋਂ ਪ੍ਰੇਮ ਹੈ। ਔਰ ਉਹ ਸਾਡੇ ਸਤਿਗੁਰਾਂ ਦੇ ਉਪਕਾਰਾਂ ਨੂੰ ਅੱਛੀ ਤਰ੍ਹਾਂ ਜਾਣਦੇ ਹਨ ਔਰ ਅਸੀਂ ਵੀ ਸदैव ਉਹਨਾਂ ਦਾ ਭਲਾ ਚਾਹੁੰਦੇ ਹਾਂ। ਵਿਰੋਧ ਦਾ ਕਾਰਨ ਸਿਰਫ ਉਹ ਆਦਮੀ ਹਨ ਜਿਨ੍ਹਾਂ ਨੂੰ ਖੁਦਗਰਜ਼ੀ ਰੂਪ ਭੂਤ ਲੱਗਿਆ ਹੋਇਆ ਹੈ ਔਰ ਜੋ ਸਿੱਖ ਕੌਮ ਨੂੰ ਆਪਣਾ ਦਾਸ ਬਣਾ ਕੇ ਖੀਸੇ ਭਰਨੇ ਚਾਹੁੰਦੇ ਹਨ। ਉਹਨਾਂ ਨੂੰ ਭਰੋਸਾ ਹੋ ਗਿਆ ਹੈ ਕਿ ਜੇ ਸਿੱਖ ਕੌਮ ਸਾਡੇ ਹੱਥੋਂ ਜਾਂਦੀ ਰਹੀ ਤਾਂ ਆਮਦਨ ਦਾ ਭਾਰੀ ਹਿੱਸਾ ਮਾਰਿਆ ਜਾਊ। ਇਹੀ ਲੋਕ ਜਗ੍ਹਾ ਜਗ੍ਹਾ ਰੌਲਾ ਮਚਾ ਕੇ ਉਪਾਧੀ ਛੇੜ ਰਹੇ ਹਨ ਔਰ ਵਿਰੋਧ ਫੈਲਾ ਰਹੇ ਹਨ। ਜੇ ਵਾਹਿਗੁਰੂ ਇਹਨਾਂ ਨੂੰ ਸਮੱਤ ਦੇਵੇ ਤਾਂ ਕਮਾਈ ਕਰਕੇ ਖਾਣ ਨੂੰ ਚੰਗਾ ਸਮਝਣ ਔਰ ਬਿਗਾਨੇ ਹੱਕ ਨੂੰ ਹਰਾਮ ਜਾਣਨ, ਫਿਰ ਆਪ ਹੀ ਸਾਰੇ ਝਗੜੇ ਮਿਟੇ ਪਏ ਹਨ। ਇਹਨਾਂ ਸਵਾਰਥੀ ਲੋਕਾਂ ਨੇ ਹੀ, ਸਵਾਰਥੀ 'ਤੇ ਇੱਕ ਲਿਖੇ ਥੱਲੇ ਲਿਖਿਆ ਜੀ, ਸਾਡੇ ਮਤ ਵਿੱਚ ਵੀ ਜੋ ਲੋਕ ਮੁਫਤਖੋਰੇ ਹਨ ਔਰ ਬ੍ਰਾਹਮਣਾਂ ਦੀ ਤਰ੍ਹਾਂ ਸਿੱਖ ਕੌਮ ਨੂੰ ਹਮੇਸ਼ਾ ਆਪਣਾ ਦਾਸ ਰੱਖਿਆ ਲੋੜਦੇ ਹਨ, ਉਹ ਵੀ ਸਿੱਖਾਂ ਨੂੰ ਗੁਰਮਤਿ ਤੋਂ ਰੋਕਦੇ ਹਨ, ਕਿਉਂਕਿ ਦੋਹਾਂ ਦਾ ਮਨੋਰਥ ਇੱਕ ਹੈ। ਉਹ ਚਾਹੁੰਦੇ ਹਨ ਕਿ ਬ੍ਰਾਹਮਣਾਂ ਦੀ ਥਾਂ ਸਾਨੂੰ ਸ਼ਰਾਧ ਛਕਾਓ, ਪਾਂਦੇ ਦੀ ਥਾਂ ਆਨੰਦ ਦੀ ਦਖਣਾ ਸਾਨੂੰ ਦਿਓ ਔਰ ਆਚਾਰਿਆ ਦੀ ਥਾਂ ਸੇਜਾ ਦਾਨ ਸਾਡੇ ਹਵਾਲੇ ਕਰੋ। ਅਰ ਤਨ ਮਨ ਸਾਡੀ ਭੇਟਾ ਕਰਕੇ ਪਿੱਠ ਉੱਤੇ ਥਾਪੀ ਲਵਾਓ ਔਰ ਅਰਦਾਸ ਵਿੱਚ ਸਾਨੂੰ ਸਤਿਗੁਰੂ ਗਿਣੋ, ਇਤਿਆਦਿਕ। ਉੱਪਰ ਲਿਖਦੇ ਆ, ਇਹਨਾਂ ਸਵਾਰਥੀ ਲੋਕਾਂ ਨੇ ਹੀ ਪੋਥੀਆਂ ਛਾਪ ਕੇ ਔਰ ਅਖਬਾਰਾਂ ਵਿੱਚ ਮਜ਼ਮੂਨ ਦੇ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਸਿੱਖ ਹਿੰਦੂ ਹਨ। ਭਲਾ ਕੋਈ ਵਿਚਾਰਵਾਨ ਸੋਚੇ ਕਿ ਜੇ ਸਿੱਖ ਆਪਣੇ ਆਪ ਨੂੰ ਅਹਿੰਦੂ ਕਹਿੰਦੇ ਹਨ ਤਾਂ ਕਿਸੇ ਦਾ ਕੀ ਵਿਗੜਦਾ ਹੈ। ਹਾਂ, ਜੇ ਸਿੱਖ ਹਿੰਦੂਆਂ ਨੂੰ ਆਖਣ ਕਿ ਤੁਸੀਂ ਹਿੰਦੂ ਨਹੀਂ ਤਾਂ ਬੇਸ਼ੱਕ ਝਗੜੇ ਦੀ ਗੱਲ ਹੈ। ਜੇ ਕੋਈ ਇਹ ਆਖੇ ਕਿ ਹਿੰਦੂ ਸਿੱਖਾਂ ਨਾਲ ਹਮਦਰਦੀ ਕਰਦੇ ਹਨ ਔਰ ਉਹਨਾਂ ਨੂੰ ਆਪਣੇ ਤੋਂ ਵੱਖਰਾ ਹੁੰਦਾ ਦੇਖ ਕੇ ਦੁੱਖ ਮੰਨਦੇ ਹਨ ਤਾਂ ਇਹ ਗੱਲ ਵੀ ਨਿਰੀ ਝੂਠ ਹੈ, ਕਿਉਂਕਿ ਚਾਰੇ ਪਾਸਿਆਂ ਤੋਂ ਸਿੱਖਾਂ ਨੂੰ ਮਲੀਆ ਮੇਟ ਕਰਨ ਲਈ ਜੋ ਹਿੰਦੂਆਂ ਦੀ ਤਰਫੋਂ ਯਤਨ ਹੋ ਰਿਹਾ ਹੈ, ਸੋ ਕਿਸੇ ਤੋਂ ਗੁੱਝਾ ਨਹੀਂ। ਕੋਈ ਹਿੰਦੂ ਇੱਕ ਦ੍ਰਿਸ਼ਟਾਂਤ ਲਈ ਤਾਂ ਦੱਸੇ
ਕਿ ਫਲਾਣੇ ਸਿੱਖ ਨੂੰ ਧਰਮ ਤੋਂ ਪਤਿਤ ਹੁੰਦੇ ਕਿਸੇ ਹਿੰਦੂ ਨੇ ਬਚਾਇਆ ਹੈ। ਇਸ ਦੇ ਵਿਰੁੱਧ ਅਸੀਂ ਹਜ਼ਾਰਾਂ ਦ੍ਰਿਸ਼ਟਾਂਤ ਵਿਖਾ ਸਕਦੇ ਹਾਂ ਕਿ ਕਿਤਨਿਆਂ ਸਿੱਖਾਂ ਦੇ ਹਿੰਦੂਆਂ ਨੇ ਕੇਸ ਦੂਰ ਕੀਤੇ, ਕਈਆਂ ਨੂੰ ਹੁੱਕੇ ਦੀ ਧੂਪ ਦਿੱਤੀ, ਕਈਆਂ ਦੀ ਕਿਰਪਾਨ ਕੱਚ ਉਤਰਵਾ ਕੇ ਸੰਕਲਪ ਕਰਵਾਏ, ਕਿਤਨਿਆਂ ਦੀ ਗੁਰੂ ਮੰਦਰਾਂ ਵਿੱਚ ਪੁਰਾਣੀਆਂ ਸਿੱਖ ਧਰਮ ਦੀਆਂ ਰੀਤਾਂ ਹਟਾ ਕੇ ਆਪਣੇ ਘੰਟਿਆਂ ਦੀ ਘਨਘੋਰ ਮਚਾ ਕੇ ਭੋਲੇ ਸਿੱਖਾਂ ਨੂੰ ਇੰਦਰਜਾਲ ਨਾਲ ਮੋਹਿਤ ਕੀਤਾ। ਕਈ ਗੁਰਦੁਆਰਿਆਂ ਦੀਆਂ ਜਾਇਦਾਦਾਂ ਆਪਣੇ ਨਾਂਓ ਕਰਵਾ ਕੇ ਅੱਜ ਸਿੱਖੀ ਤੋਂ ਇਨਕਾਰੀ ਔਰ ਆਕੀ ਹੋਏ ਬੈਠੇ ਹਨ। ਇਹੋ ਜਿਹੇ ਆਪ ਨੂੰ ਹੋਰ ਕੀ ਪ੍ਰਸੰਗ ਸੁਣਾਈਏ ਜੋ ਸਿੱਖ ਧਰਮ ਦੀ ਸ੍ਰਿਸ਼ਟੀ ਵਿੱਚ ਇਹਨਾਂ ਮਹਾਂਕੌਤਕਿਆਂ ਨੇ ਉਲਟ ਪੁਲਟ ਕੀਤਾ ਹੈ। ਐਸੀ ਹਾਲਤ ਵਿੱਚ ਕੌਣ ਬੁੱਧੀਮਾਨ ਆਖ ਸਕਦਾ ਹੈ ਕਿ ਹਿੰਦੂਆਂ ਦੀ ਤਰਫੋਂ ਹਮਦਰਦੀ ਦੇ ਖਿਆਲ ਕਰਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜੇ ਕਿਤੇ ਸਿੱਖਾਂ ਦਾ ਕੁਝ ਹਿੱਸਾ ਸਰਕਾਰੀ ਫੌਜ ਵਿੱਚ ਔਰ ਵਾਹਿਗੁਰੂ ਦੀ ਦਇਆ ਕਰਕੇ, ਜਿਹਾ ਕਿ ਹੁਣ ਨਿੱਤ ਨਵਾਂ ਵਿੱਦਿਆ ਦਾ ਪ੍ਰਕਾਸ਼ ਹੋ ਰਿਹਾ ਹੈ, ਨਾ ਹੁੰਦਾ ਤਾਂ ਹੁਣ ਨੂੰ ਆਪ ਸਿੱਖ ਧਰਮ ਕਾਗਜ਼ਾਂ ਵਿੱਚ ਹੀ ਦੇਖਦੇ। ਪਰ ਅਕਾਲ ਪੁਰਖ ਦਾ ਧੰਨਵਾਦ ਹੈ ਕਿ ਉਸਨੇ ਕਿਰਪਾ ਕਰਕੇ ਇਹ ਗੱਲ ਸੁਝਾਈ ਹੈ ਕਿ ਇਸ ਸਮੇਂ ਸਾਨੂੰ ਆਪਣੀ ਧਾਰਮਿਕ ਔਰ ਵਿਵਹਾਰਿਕ ਦਸ਼ਾ ਸੁਧਾਰਨੀ ਚਾਹੀਏ ਔਰ ਸਤਿਗੁਰਾਂ ਦੇ ਪਵਿੱਤਰ ਬਚਨਾਂ ਪਰ ਭਰੋਸਾ ਕਰਕੇ ਸਿੱਖ ਕੌਮ ਬਣ ਕੇ ਸੰਸਾਰ ਪਰ ਆਪਣੀ ਹਸਤੀ ਕਾਇਮ ਰੱਖਣੀ ਚਾਹੀਏ। ਔਰ ਪਿਆਰੇ ਹਿੰਦੂ ਭਾਈ, ਆਪ ਨੂੰ ਨਿਸ਼ਚਾ ਰਹੇ ਕਿ ਜੇ ਸਿੱਖ ਆਪ ਦੀ ਅਭਿਲਾਖਾ ਅਨੁਸਾਰ ਆਪਣੇ ਤਾਈਂ ਹਿੰਦੂ ਵੀ ਕਲਪ ਲੈਣ ਤਦ ਵੀ ਇਸ ਦੇਸ਼ ਦਾ ਕੁਝ ਉਪਕਾਰ ਨਹੀਂ ਹੋ ਸਕਦਾ, ਕਿਉਂਕਿ ਜਿੱਥੇ ਸੈਂਕੜੇ ਫਿਰਕੇ ਅੱਗੇ ਹਿੰਦੂ ਕਹਾਉਂਦੇ ਹਨ, ਉੱਥੇ ਇੱਕ ਨੰਬਰ ਹੋਰ ਸ਼ਾਮਲ ਹੋਣ ਕਰਕੇ ਹਿੰਦੂਆਂ ਦਾ ਕੀ ਭਲਾ ਹੋ ਸਕਦਾ ਹੈ। ਇਹ ਵੀ ਗੱਲ ਜਿਹੜੀ ਆ ਜੀ, ਇਹ ਬਹੁਤ ਵਾਰੀ ਆਉਂਦੀ ਆ। ਕਈ ਲੋਕ ਇਹ ਕਹਿੰਦੇ ਆ ਕਿ ਜਿਹੜੇ ਹਿੰਦੂ ਆ ਨਾ, ਉਹ ਸਿੱਖਾਂ ਨੂੰ ਆਪਣਾ ਅੰਗ ਇਸ ਕਰਕੇ ਬਣਾਉਣਾ ਚਾਹੁੰਦੇ ਆ ਕਿਉਂਕਿ ਸਿੱਖਾਂ ਦੇ ਵਿੱਚ ਇਹ ਖਿਆਲ ਨਾ ਪੈਦਾ ਹੋ ਜਾਵੇ ਕਿ ਭਾਈ ਅਸੀਂ ਵੱਖਰੇ ਹਾਂ ਅਤੇ ਅਸੀਂ ਆਪਦੇ ਹੱਕ ਲੈਣੇ ਆ ਜਾਂ ਸਾਨੂੰ ਆਪਣਾ ਦੇਸ਼ ਵੱਖਰਾ ਚਾਹੀਦਾ। ਕਈ ਲੋਕਾਂ ਦਾ ਇਹੋ ਜਿਹਾ ਖਿਆਲ ਆ ਕਿ ਉਹ ਇਸ ਕਰਕੇ ਸਿੱਖਾਂ ਨੂੰ ਆਪਣੇ ਵਿੱਚ ਰਲਾ ਲੈਂਦੇ ਆ ਕਿ ਭਾਈ ਤੁਸੀਂ ਹਿੰਦੂ ਤਾਂ ਹੈਗੇ ਆ, ਤੁਹਾਡੇ ਕੋਲ ਆਪਣਾ ਦੇਸ਼ ਹੈਗਾ ਵਾ, ਇਹ ਇੰਡੀਆ ਹੈ ਨਾ, ਤੁਹਾਨੂੰ ਅਲੱਗ ਦੇਸ਼ ਦੀ ਕੀ ਲੋੜ ਆ। ਕਈ ਫਿਰ ਇਹੋ ਜਿਹਾ ਆਰਗੂਮੈਂਟ ਲੈ ਕੇ ਆਉਂਦੇ ਆ ਕਿ ਹਿੰਦੂ ਧਰਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਮੁਗਲਾਂ ਦੀ ਜਾਂ ਉਸ ਤੋਂ ਪਹਿਲੇ ਜਿਹੜੇ ਆਏ ਸੀਗੇ ਧਾੜਵੀ, ਉਹਨਾਂ ਨੇ ਦੇਖੋ ਥਾਂ ਥਾਂ 'ਤੇ ਇਹਨਾਂ ਨੂੰ ਹਰਾਇਆ, ਗੁਲਾਮ ਬਣਾਇਆ, ਮੰਦਰ ਵੀ ਢਾਏ। ਫਿਰ ਇਹ ਇਸ ਗੱਲ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਕਿ ਜਿਹੜੀ ਸਿੱਖ ਸਾਡੇ 'ਚੋਂ ਆਏ ਆ, ਸਾਡੇ ਧਰਮ ਦਾ ਹਿੱਸਾ। ਦੇਖੋ ਹਿੰਦੂ ਹੋਣ ਕਰਕੇ ਉਹਨਾਂ ਨੇ ਹਰਾਤਾ ਜਿਹੜੇ ਮੁਗਲ ਸੀ ਜਾਂ ਬਾਕੀ ਹੋਰ ਜਿਹੜੇ ਆਏ ਸੀਗੇ। ਜਿਹੜੀ ਉਹ ਹੀਣ ਭਾਵਨਾ ਵਾ ਉਹ ਹਿੰਦੂਆਂ ਵਿੱਚ ਨਾ ਰਹੇ, ਇਸ ਕਰਕੇ ਉਹ ਕਹਿੰਦੇ ਦੇਖੋ ਜੀ ਅਸੀਂ ਸਿੱਖ ਧਰਮ ਨੂੰ ਜਨਮ ਦਿੱਤਾ, ਸਾਡੇ ਵਿੱਚ ਸਿੱਖ ਆਏ ਅਤੇ ਉਹ ਫਿਰ ਲੜੇ ਦੇਖੋ ਜੀ ਦੇਸ਼ ਦੇ ਲਈ। ਮਤਲਬ ਅਲੱਗ ਅਲੱਗ ਲੋਕਾਂ ਦੇ ਵਿਊਜ਼ ਆ, ਮੈਂ ਐਂ ਨਹੀਂ ਕਹਿੰਦਾ ਕਿ ਮੈਂ ਸਾਰੇ ਵਿਊਜ਼ ਨਾਲ ਸਹਿਮਤ ਹੋਵਾਂ, ਪਰ ਹਰ ਇੱਕ ਬੰਦਾ ਜਿਹੜਾ ਵਾ ਉਹ ਡਿਫਰੈਂਟ ਐਂਗਲ ਤੋਂ ਦੇਖਦਾ ਵਾ ਕਿ ਇਸ ਦਾ ਕੀ ਕਾਰਨ ਆ। ਪਰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਜਿਹੜੇ ਲੋਕ ਇੰਡੀਆ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਪਤਾ ਹੋਊਗਾ ਕਿ ਸਿੱਖ ਜਿਹੜੇ ਆ ਉਹ 2% ਆ ਆਬਾਦੀ ਦਾ ਹਿੱਸਾ। ਜੇ ਉਹ ਹਿੰਦੂਆਂ ਦੇ ਵਿੱਚ ਵੀ ਆ ਗਏ ਤਾਂ ਕੀ ਹੋ ਜਾਊਗਾ, ਜਿਵੇਂ ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਕਿਹਾ ਵਾ। ਅਤੇ ਜਾਂ ਤਾਂ ਹੋਵੇ ਨਾ ਕੋਈ 30-40% ਹਿੱਸਾ ਹੋਵੇ, ਫਿਰ ਤੱਕ ਉਹ ਜੀ ਆਪਾਂ ਇਕੱਠੇ ਹੋ ਜਾਵਾਂਗੇ, ਆਪਣੀ ਵੱਡੀ ਹੋ ਜਾਊਗੀ ਕੌਮ, ਜਾਂ ਫਿਰ ਆਪਾਂ ਲੜ ਲਾਂਗੇ ਕਿਸੇ ਨਾਲ। 2% ਦਾ ਉਹਨਾਂ ਨੂੰ ਕਿਉਂ ਇੰਨਾ ਉਹ ਆਉਂਦਾ ਵਾ ਕਿ ਭਾਈ 2% ਵਾਲੇ ਸਾਡੇ ਜਾ ਕੇ ਰਲ ਜਾਣ। ਇਹ ਗੱਲਾਂ ਜਿਹੜੀਆਂ ਵਾ ਇਹ ਅਲੱਗ ਵਿਚਾਰ ਮੰਗਦੀਆਂ ਵਾ, ਪਰ ਤੁਸੀਂ ਖੁਦ ਸੋਚੋ ਕਿ ਕੀ ਕਾਰਨ ਹੋ ਸਕਦੇ ਆ। ਸਾਡਾ ਦੇਸ਼ ਤਦ ਹੀ ਉੱਨਤ ਹੋ ਸਕਦਾ ਹੈ ਜੇ ਸਭ ਮਜ਼ਹਬਾਂ ਦੇ ਆਦਮੀ ਆਪਣੇ ਆਪਣੇ ਧਰਮਾਂ ਨੂੰ ਜਾਪਾਨੀਆਂ ਵਾਂਗ ਪੂਰਨ ਰੀਤੀ ਕਰਕੇ ਧਾਰਦੇ ਹੋਏ ਅੰਨ੍ਹੇ ਧਰਮੀ ਭਾਰਤ ਨਿਵਾਸੀਆਂ ਨੂੰ ਵੀ ਆਪਣਾ ਅੰਗ ਮੰਨਣ ਔਰ ਇੱਕ ਦੀ ਹਾਨੀ ਨੂੰ ਦੇਸ਼ ਦੀ ਹਾਨੀ ਜਾਣਨ ਔਰ ਮਜ਼ਹਬ ਦੇ ਭੇਦ ਨੂੰ ਫੁੱਟ ਦਾ ਕਾਰਨ ਨਾ ਬਣਾਉਣ ਔਰ ਆਪਣੇ ਧਰਮ ਦਾ ਪ੍ਰਚਾਰ ਸਤਿਗੁਰੂ ਨਾਨਕ ਦੇਵ ਦੇ ਪੂਰਨਿਆਂ ਪਰ ਚੱਲਦੇ ਹੋਏ ਇਸ ਰੀਤੀ ਨਾਲ ਕਰਨ, ਜਿਸ ਤੋਂ ਪਰਸਪਰ ਈਰਖਾ ਦਵੈਸ਼ ਨਾ ਵਧੇ। ਸ਼੍ਰੀ ਗੁਰੂ ਨਾਨਕ ਪੰਥੀ ਮੇਰੇ ਪ੍ਰੇਮੀ ਭਾਈਓ, ਮੈਨੂੰ ਪੂਰਾ ਭਰੋਸਾ ਹੈ ਕਿ ਆਪ ਉੱਪਰ ਲਿਖੀ ਚਰਚਾ ਪੜ੍ਹ ਕੇ ਆਪਣੇ ਆਪ ਨੂੰ ਸਿੱਖ ਕੌਮ ਮੰਨੋਗੇ ਔਰ ਨਿਰਸੰਦੇਹ ਜਾਣੋਗੇ ਕਿ ਹਮ ਹਿੰਦੂ ਨਹੀਂ, ਔਰ ਇਸ ਦੇ ਨਾਲ ਹੀ ਸਭ ਦੇਸ਼ ਭਾਈਆਂ ਨਾਲ ਪਿਆਰ ਵਧਾਉਂਦੇ ਹੋਏ ਸਾਰੇ ਭਾਰਤ ਨਿਵਾਸੀਆਂ ਨੂੰ ਆਪਣਾ ਅੰਗ ਸਮਝੋਗੇ। ਇੱਥੇ ਕਿਤਾਬ ਜਿਹੜੀ ਆ ਜੀ ਉਹ ਖਤਮ ਹੁੰਦੀ ਆ। ਇਹਨਾਂ ਨੇ ਇਸ ਤੋਂ ਬਾਅਦ 'ਚੋਂ ਉਪਸੰਹਾਰ ਲਿਖਿਆ, ਉਹ 'ਚ ਇੱਕ ਕਵਿਤਾ ਅਤੇ ਇੱਕ ਅੜਿੱਲਾ, ਆਪਾਂ ਉਹ ਵੀ ਪੜ੍ਹ ਲੈਂਦੇ ਹਾਂ। ਉਪਸੰਹਾਰ ਕਵਿਤ। ਮਾਨਤ ਹੈ ਏਕ ਕੋ ਅਨਾਦਿ ਔਰ ਅਨੰਤ ਨਿत्य, ਤਿਸ ਹੀ ਤੇ ਜਾਨਤ ਹੈ ਸਰਬ ਪਸਾਰੋ ਹੈ। कृत की उपासना न करੈ कर तार त्याग, एक गुरु ग्रंथ कियो अपनो आधारो है। जात पात भेद भरम मन तैह मिटाए कर, सब से सहोदर सो करत प्यारो है।
हितकारी जग को पै जल माहे पंकज जियो गुरुदेव नानक को खालसा नियारो है। अड़िल गुरबानी को ज्ञान शस्त्र समधारिये भेद भरम अज्ञान पखंड प्रहारिये। पिता एक के पुत्र विश्व में जह कही हो इस पर भी लेहो जान के हम हिंदू नहीं। ਖਾਲਸਾ ਜੀ ਇੱਥੇ ਜਿਹੜੀ ਕਿਤਾਬ ਆ ਜੀ ਆਪਣੀ ਖਤਮ ਹੁੰਦੀ ਆ। ਕਾਫੀ ਟਾਈਮ ਤੋਂ ਆਪਾਂ ਇਹ ਕਿਤਾਬ ਜਿਹੜੀ ਸੀਗੀ ਉਹ ਪੜ੍ਹ ਰਹੇ ਸੀਗੇ। ਇਹਦੇ 'ਚ ਅਲੱਗ-ਅਲੱਗ ਜਿਹੜੇ ਕੁਐਸਚਨਸ ਆ, ਅਲੱਗ-ਅਲੱਗ ਰੈਫਰੈਂਸਿਸ ਦਿੱਤੇ ਜਾਂਦੇ, ਚਾਹੇ ਉਹ ਗੁਰਬਾਣੀ ਦੇ ਹੋਣ, ਚਾਹੇ ਉਹ ਇਤਿਹਾਸ ਦੇ ਹੋਣ। ਉਹਨਾਂ ਦੇ ਉੱਤਰ ਜਿਹੜੇ ਆ, ਜੇ ਤੁਸੀਂ ਇਹ ਸ਼ੁਰੂ ਤੋਂ ਸੁਣ ਰਹੇ ਆ ਸੀਰੀਜ਼, ਤਾਂ ਤੁਹਾਨੂੰ ਉੱਤਰ ਕਾਫੀ ਹੱਦ ਤੱਕ ਮਿਲ ਗਏ ਹੋਣਗੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਰਗੂਮੈਂਟਸ ਹੋ ਸਕਦੇ ਆ, ਅਤੇ ਤੁਸੀਂ ਉਹ ਜਿਹੜੀਆਂ ਬਾਕੀ ਕਿਤਾਬਾਂ ਹੁੰਦੀਆਂ ਆਥਰਸ ਦੀਆਂ ਉਹ ਜ਼ਰੂਰ ਪੜ੍ਹੋ, ਅਤੇ ਉਹਨਾਂ ਵਿੱਚੋਂ ਵੀ ਤੁਹਾਨੂੰ ਜਿਹੜੇ ਆ ਹੋਰ ਬਹੁਤ ਸਾਰੇ ਉੱਤਰ ਮਿਲ ਜਾਣਗੇ। ਮੈਂ ਦੁਬਾਰਾ ਤੋਂ ਇਹ ਫੇਰ ਕਹਿਣਾ ਚਾਹੁੰਦਾ ਵਾਂ, ਅਤੇ ਮੈਂ ਬਹੁਤ ਵਾਰੀ ਪਹਿਲਾਂ ਵੀ ਕਿਹਾ ਵਾ ਕਿ ਜਿਹੜੀ ਇਹ ਸੀਰੀਜ਼ ਆ ਹਮ ਹਿੰਦੂ ਨਹੀਂ, ਇਹਦਾ ਮਨੋਰਥ ਇਹ ਨਹੀਂ ਸੀਗਾ ਕਿ ਕਿਸੇ ਨੂੰ ਇਹ ਕਹਿਣਾ ਕਿ ਭਾਈ ਤੁਹਾਡਾ ਧਰਮ ਗਲਤ ਆ ਜਾਂ ਸਾਡਾ ਧਰਮ ਗਲਤ ਆ, ਜਾਂ ਤੁਹਾਡਾ ਧਰਮ ਨੀਵਾਂ ਵਾ ਜਾਂ ਸਾਡਾ ਧਰਮ ਨੀਵਾਂ ਵਾ। ਕੋਈ ਵੀ ਬੰਦਾ ਹੋਵੇ ਦੁਨੀਆ ਦੇ ਵਿੱਚ, ਉਹ ਹਮੇਸ਼ਾ ਆਪਣੇ ਧਰਮ ਨੂੰ ਪਿਆਰ ਕਰਦਾ, ਚਾਹੇ ਉਹ 'ਚ ਲੱਖ ਬੁਰਾਈਆਂ ਹੋਣ ਜਾਂ ਲੱਖ ਚੰਗਿਆਈਆਂ ਹੋਣ, ਉਹ ਆਪਣੇ ਧਰਮ ਨੂੰ ਪਿਆਰ ਕਰਦਾ ਵਾ। ਅਤੇ ਕਿਸੇ ਦਾ ਵੀ ਜਿਹੜਾ ਦਿਲ ਆ ਉਹ ਆਪਾਂ ਨੂੰ ਨਹੀਂ ਦਿਖਾਉਣਾ ਚਾਹੀਦਾ। ਮੈਂ ਹਿੰਦੂਆਂ ਨੂੰ ਵੀ ਇਹ ਕਹੂੰਗਾ ਕਿ ਕੋਈ ਇਹੋ ਜਿਹੀ ਗੱਲ ਨਾ ਕਰੋ ਕਿ ਜਿਹੜੇ ਸਿੱਖ ਆ ਉਹ ਹਿੰਦੂ ਆ, ਜਾਂ ਗੁਰਬਾਣੀ ਵੇਦਾਂ ਦਾ ਸਾਰ, ਜਾਂ ਉਹ ਜਿਹੜੀਆਂ ਐਂਟੀ ਗੁਰਮਤ ਸਟੋਰੀਜ਼ ਆ, ਤੁਸੀਂ ਉਹ ਡਿਸਕਸ਼ਨ ਦੇ ਵਿੱਚ ਨਾ ਲੈ ਕੇ ਆਓ, ਹੈ ਨਾ। ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰੋ, ਵੇਦਾਂ ਦਾ ਪ੍ਰਚਾਰ ਕਰੋ, ਪੁਰਾਣਾਂ ਦਾ ਕਰੋ, ਸਮ੍ਰਿਤੀਆਂ ਦਾ ਜਿਵੇਂ ਤੁਸੀਂ ਪ੍ਰਚਾਰ ਕਰਨਾ ਵਾ ਪਰ ਕਰੋ। ਜਿਹੜੀ ਤੁਹਾਡੀ ਉਹ ਆਈਡੀਓਲੋਜੀ ਆ ਉਹ ਕਿਸੇ ਦੇ ਥੋਪੋ ਨਾ। ਉਵੇਂ ਮੈਂ ਸਿੱਖਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਦੇਵੀ ਦੇਵਤੇ ਆ ਉਹਨਾਂ ਦੀ ਨਿੰਦਿਆ ਕਰਨ ਦਾ ਕੋਈ ਫਾਇਦਾ ਨਹੀਂ ਗਾ। ਵੀ ਆਪਾਂ ਥੋੜ੍ਹਾ ਜਿਹਾ ਭੜਕ ਜਾਂਦੇ ਫਿਰ ਦੇਵੀ ਦੇਵਤਿਆਂ ਦੀ ਨਿੰਦਾ ਸ਼ੁਰੂ ਕਰ ਦਿੰਦੇ, ਹੈ ਨਾ। ਉਹਦਾ ਕੋਈ ਫਾਇਦਾ ਨਹੀਂ ਗਾ। ਇਹ ਜਿਹੜਾ ਸਮਾਂ ਆਪਾਂ ਇੰਨਾ ਖਰਾਬ ਕਰਦੇ ਹਾਂ ਕਿਸੇ ਦੀ ਨਿੰਦਿਆ ਕਰਨ 'ਤੇ, ਰਾਮ ਚੰਦਰ ਦੀ ਜਾਂ ਕ੍ਰਿਸ਼ਨ ਦੀ ਜਾਂ ਹੋਰ ਵੀ ਕੋਈ ਦੇਵੀ ਦੇਵਤਾ ਹੋਊਗਾ, ਇਸ ਤੋਂ ਵਧੀਆ ਜਿਹੜਾ ਆਪਣਾ ਧਰਮ ਦਾ ਪ੍ਰਚਾਰ ਆ ਆਪਾਂ ਉਹ ਕਰੀਏ। ਜੇ ਕਿਸੇ ਦੇ ਕੋਈ ਡਾਊਟਸ ਆ ਆਪਾਂ ਵੀਡੀਓਜ਼ ਬਣਾਈਏ, ਹੈ ਨਾ, ਜਾਂ ਫਿਰ ਕੋਰਾ 'ਤੇ ਆਪਾਂ ਆਨਸਰ ਲਿਖ ਸਕਦੇ ਹਾਂ। ਆਪਾਂ ਕਿਸੇ ਨੂੰ ਗੁਰਬਾਣੀ ਕਿਵੇਂ ਬੋਲਣੀ ਆ ਉਹ ਸਿਖਾਈਏ, ਗੁਰਮੁਖੀ ਕਿਵੇਂ ਲਿਖਣੀ ਆ ਉਹ ਸਿਖਾਈਏ। ਆਪਾਂ ਆਪਣਾ ਧਿਆਨ ਇਹਨਾਂ ਕੰਮਾਂ 'ਚ ਲਾਈਏ, ਉਹਨਾਂ ਕੰਮਾਂ 'ਚ ਨਾ ਲਾਈਏ ਜਿਨ੍ਹਾਂ ਕਰਕੇ ਧਰਮ ਨੂੰ ਕੋਈ ਫਾਇਦਾ ਨਹੀਂ ਹੁੰਦਾ, ਧਰਮ ਦਾ ਪ੍ਰਚਾਰ ਨਹੀਂ ਹੁੰਦਾ। ਅਤੇ ਜਿਹੜੀ ਇਹ ਸੀਰੀਜ਼ ਆ ਹਮ ਹਿੰਦੂ ਨਹੀਂ, ਇਹਦਾ ਮਨੋਰਥ ਇਹੀ ਸੀਗਾ ਕਿ ਜਿਹੜੇ ਕੁਐਸਚਨਜ਼ ਰੇਜ਼ ਕੀਤੇ ਜਾਂਦੇ ਆ, ਕਿਉਂਕਿ ਮੈਂ ਦੇਖਿਆ ਔਨਲਾਈਨ ਮੈਂ ਗੱਲਾਂ ਕਰਦਾ ਰਹਿੰਦਾ ਲੋਕਾਂ ਨਾਲ ਨਾ, ਡਿਬੇਟਸ ਹੁੰਦੀ ਰਹਿੰਦੀ। ਅੱਜ ਕੱਲ੍ਹ ਤਾਂ ਮੈਂ ਘੱਟ ਕਰਤੀ ਕਿਉਂਕਿ ਲੋਕ ਪ੍ਰੋਪੇਗੰਡਾ ਕਰਨ ਲਈ ਆਉਂਦੇ ਆ, ਸਿੱਖਣ ਲਈ ਨਹੀਂ ਆਉਂਦੇ ਕੁਛ, ਇਸ ਕਰਕੇ ਮੈਂ ਘੱਟ ਹੀ ਹੁਣ ਪਾਰਟੀਸਪੇਟ ਕਰਦਾ ਵਾਂ। ਪਰ ਮੈਂ ਇਹ ਦੇਖਿਆ ਸੀਗਾ ਕਿ ਜਿਹੜੇ ਉਹਨਾਂ ਦੇ ਕੁਐਸਚਨ ਸੀਗੇ ਨਾ, ਚਾਹੇ ਉਹ ਗੁਰਬਾਣੀ ਦੇ ਗਲਤ ਅਰਥ ਕਰਨੇ ਹੋਣ ਜਾਂ ਗੁਰੂ ਇਤਿਹਾਸ ਦੇ ਵਿੱਚੋਂ ਜਿਹੜੀਆਂ ਐਂਟੀ ਗੁਰਮਤ ਸਟੋਰੀਜ਼ ਆ ਉਹ ਪਿਕ ਕਰਨੀਆਂ ਹੋਣ, ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਮ ਹਿੰਦੂ ਨਹੀਂ ਕਿਤਾਬ ਦੇ ਵਿੱਚ ਹੈਗੀਆਂ ਵਾ। ਅਤੇ ਮੈਂ ਚਾਹੁੰਦਾ ਸੀਗਾ ਕਿ ਜਿਹੜੇ ਖਾਸ ਕਰ ਆਪਣੇ ਸਿੱਖ ਨੌਜਵਾਨ ਆ, ਅਤੇ ਮੈਂ ਚਾਹੁੰਦਾ ਸੀਗਾ ਕਿ ਜਿਹੜੇ ਆਪਣੇ ਸਿੱਖ ਨੌਜਵਾਨ ਆ ਉਹਨਾਂ ਤੱਕ ਤਾਂ ਇਹ ਜਿਹੜੀ ਕਿਤਾਬ ਆ ਉਹ ਪਹੁੰਚਾਈ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਇਹ ਚੀਜ਼ਾਂ ਹੈਗੀਆਂ। ਕਿਤਾਬ ਨੂੰ ਛੱਡ ਕੇ ਆਪਾਂ ਹੋਰ ਵੀ ਬਹੁਤ ਗੱਲਾਂ ਕੀਤੀਆਂ ਜਿਹੜੀਆਂ ਮੈਂ ਸੁਣੀਆਂ ਸੀਗੀਆਂ ਜਾਂ ਫਿਰ ਸਮਝੀਆਂ ਸੀਗੀਆਂ ਜਾਂ ਫਿਰ ਦੇਖੀਆਂ ਸੀਗੀਆਂ, ਹੈ ਨਾ। ਉਹ ਮੈਂ ਨਾਲ ਦੀ ਨਾਲ ਮੇਰੀ ਕੋਸ਼ਿਸ਼ ਸੀਗੀ ਕਿ ਉਹਦੇ ਨਾਲ ਜਿਹੜੀ ਉਹ ਗੱਲ ਰਲਦੀ ਹੋਵੇ ਉਹ ਵੀ ਤੁਹਾਨੂੰ ਪਤਾ ਲੱਗ ਜੇ। ਅਤੇ ਤੁਸੀਂ ਇਹ ਕਿਤਾਬ ਜ਼ਰੂਰ ਪੜ੍ਹੋ। ਜੇ ਸੀਰੀਜ਼ ਤੁਸੀਂ ਸ਼ੁਰੂ ਤੋਂ ਨਹੀਂ ਨਾ ਸੁਣੀ, ਸ਼ੁਰੂ ਤੋਂ ਲੈ ਕੇ ਐਂਡ ਤੱਕ, ਤਾਂ ਵੀ ਕੋਈ ਗੱਲ ਨਹੀਂ, ਪਰ ਜਿਹੜੀ ਇਹ ਕਿਤਾਬ ਆ ਇਹ ਤੁਸੀਂ ਜ਼ਰੂਰ ਪੜ੍ਹੋ। ਇੰਟਰਨੈਟ 'ਤੇ ਵੀ ਅਵੇਲੇਬਲ ਆ, ਅਤੇ ਆਈ ਥਿੰਕ ਇਹ ਅੰਗਰੇਜ਼ੀ ਦੇ ਵਿੱਚ ਵੀ ਸ਼ਾਇਦ ਹੈਗੀ ਆ। ਜੇ ਕਿਸੇ ਨੂੰ ਪੰਜਾਬੀ ਨਹੀਂ ਆਉਂਦੀ ਪੜ੍ਹਨੀ, ਸਿਰਫ ਸਮਝ ਹੀ ਸਕਦਾ ਵਾ ਉਹ, ਤਾਂ ਜਿਹੜਾ ਉਹ ਅੰਗਰੇਜ਼ੀ ਦਾ ਅਨੁਵਾਦ ਆ ਉਹ ਲੈ ਕੇ ਜ਼ਰੂਰ ਪੜ੍ਹੇ, ਪਰ ਪੜ੍ਹੇ ਜ਼ਰੂਰ। ਇਸ ਤੋਂ ਛੁੱਟ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ ਇਤਿਹਾਸ ਨਾਲ ਸੰਬੰਧਿਤ, ਹੈ ਨਾ, ਜਾਂ ਫਿਰ ਗੁਰਬਾਣੀ ਨਾਲ ਸੰਬੰਧਿਤ, ਉਹ ਵੀ ਤੁਸੀਂ ਪੜ੍ਹਦੇ ਰਹੋ। ਕਿਤਾਬਾਂ ਨੂੰ ਨਾ ਛੱਡੋ। ਜਦੋਂ ਤੁਸੀਂ ਕਿਤਾਬਾਂ ਨੂੰ ਛੱਡਤਾ ਨਾ, ਉਹ ਤੁਹਾਨੂੰ ਫਿਰ ਲੋਕ ਗੁਰਬਾਣੀ ਦੇ ਅਰਥਾਂ ਦੇ ਨਿਰਥ ਕਰਕੇ ਦੱਸਣਗੇ, ਅਤੇ ਗੁਰ ਇਤਿਹਾਸ ਜਿਹੜਾ ਵਾ ਉਹ ਗਲਤ ਸੁਣਾਉਣਗੇ। ਸੋ ਕਿਤਾਬਾਂ ਨੂੰ ਨਾ ਛੱਡੋ, ਗੁਰਬਾਣੀ ਨੂੰ ਨਾ ਛੱਡੋ, ਗੁਰ ਇਤਿਹਾਸ ਨੂੰ ਨਾ ਛੱਡੋ। ਇਹ ਚੀਜ਼ਾਂ ਜਿਹੜੀਆਂ ਵਾ ਇਹ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਚੀਜ਼ਾਂ ਉਹ ਆ ਖਾਸ ਕਰ ਗੁਰਬਾਣੀ ਅਤੇ ਗੁਰ ਇਤਿਹਾਸ ਜਿਹੜਾ ਆਪਣੀ ਸਿੱਖੀ ਨੂੰ ਡਿਫਾਈਨ ਕਰਦਾ ਵਾ, ਅਤੇ ਦੋਨੇ ਚੀਜ਼ਾਂ ਹੀ ਜ਼ਰੂਰੀ ਆ। ਗੁਰਬਾਣੀ ਵੀ ਜ਼ਰੂਰੀ ਆ, ਗੁਰ ਇਤਿਹਾਸ ਵੀ ਜ਼ਰੂਰੀ ਆ। ਸੋ ਕੋਸ਼ਿਸ਼ ਆਪਣੀ ਇਹ ਕਰੋ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਪੜ੍ਹੋ। ਮੈਂ ਸੀਰੀਜ਼ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਭੁੱਲਾਂ ਕੀਤੀਆਂ ਹੋਣਗੀਆਂ, ਉਹ ਤੁਸੀਂ ਆਪ ਹੀ ਮਾफ़ ਕਰ ਦੇਣੀਆਂ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ। ਇੱਥੇ ਹੀ ਆਪਾਂ ਸੀਰੀਜ਼ ਖ਼ਤਮ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।